ਸਿੱਧੂ ਸਾਹਿਬ ਦੇ ਕਾਉਂਸਲਰ ਕੋਲੋਂ ਸਮੈਕ ਫੜੀ ਜਾਂਦੀ ਉਹਦੇ ਬੱਚੇ ਕੋਲੋਂ, ਕਿਸੇ ਨੇ ਆਵਾਜ਼ ਚੁੱਕੀ ਕਿ ਸਿੱਧੂ ਸਾਹਿਬ ਮੈਨੂੰ ਤੁਹਾਡੇ ਨਾਲ ਕੋਈ ਦਿੱਕਤ ਨਹੀਂ, ਜਾਂ ਤੇ ਤੁਸੀਂ ਇੱਕ ਲਾਈਨ ਬੋਲ ਦਿਓ ਕਿ ਜਿੱਦਾਂ ਪੰਜਾਬ ਦੇ ਬਾਕੀ ਪੋਲੀਟੀਸ਼ੀਅਨ ਉਦਾਂ ਦਾ ਮੈਂ, ਤੁਹਾਡੀ ਕੋਠੀ 'ਚ ਕਿੰਨਾ ਨਸ਼ਾ, ਜੇ ਤੁਸੀਂ ਸੱਚ ਤੇ ਪਹਿਰਾ ਦੇਣ ਵਾਲੇ ਹੋ ਤੇ ਆਪਣੀ ਸਾਰੀ ਕੋਠੀ ਦਾ ਡੋਪ ਟੈਸਟ ਕਰਾ ਲਓ, ਵਾਡਾ ਟੈਸਟ ਕਰਾ ਲਓ। ਜੇ ਉਹਦੇ ਵਿੱਚ ਨਸ਼ੇੜੀ ਨਾ ਨਿਕਲਣ, ਤੁਹਾਨੂੰ ਪਤਾ ਹੋਵੇ ਉਹ ਨਸ਼ਾ ਨਹੀਂ ਕਰਦੇ, ਤੇ ਜਾਓ, ਮੈਂ ਤੁਹਾਡੇ ਕੋਲ ਆ ਕੇ ਮਾਫੀ ਮੰਗਣ ਨੂੰ ਤਿਆਰ। ਮੈਂ 2 ਘੰਟੇ ਇਸ ਬੰਦੇ ਦੇ ਘਰ ਬਾਹਰ ਬਹਿ ਕੇ ਵੇਟ ਕਰਨ ਨੂੰ ਤਿਆਰ ਹਾਂ ਗਰਮੀ ਦੇ ਵਿੱਚ, ਕਿ ਮੈਨੂੰ 2 ਘੰਟੇ ਬਾਹਰ ਖਿਲਾਰ ਕੇ ਫਿਰ ਅੰਦਰ ਟਾਈਮ ਸੱਦੇ, ਮੈਨੂੰ 15-16 ਫਾਈਲਾਂ ਦੇਵਾਂ ਕਿ ਜਿਹਦੇ ਵਿੱਚ ਸਿੱਧੀ ਕਰਪਸ਼ਨ ਸਾਰ ਨਵਜੋਤ ਸਿੰਘ ਸਿੱਧੂ ਦੇ ਮਹਿਕਮੇ ਵੱਲੋਂ, ਸਾਰ ਨਵਜੋਤ ਸਿੰਘ ਸਿੱਧੂ ਵੱਲੋਂ ਕੀਤੀ ਗਈ ਹੈ। ਤੇ ਜੇ ਮੈਂ ਝੂਠਾ ਹੋਊਗਾ, ਉੱਥੇ ਲਾਈਵ ਹੋ ਕੇ ਮੈਂ ਮਾਫੀ ਮੰਗੂਗਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ ਸਾਲ ਮਈ-ਜੂਨ ਦੇ ਵਿੱਚ ਇਹਦੀ ਬੇਇੱਜ਼ਤੀ ਕਰਕੇ ਇਹਨੂੰ ਲਾਇਆ। ਕਿ ਕੀ ਗੱਲ ਸਿੱਧੂ ਸਾਹਿਬ ਨੂੰ ਕਾਹਦਾ ਡਰ ਸਤਾਉਂਦਾ ਹੈ ਕਿ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਬੋਲਦੇ ਨਹੀਂ? ਮੈਂ ਕਿਹਾ ਸਿੱਧੂ ਸਾਹਿਬ ਤੁਹਾਡੇ ਪੁਰਾਣੇ ਕੀਤੇ ਗੁਨਾਹ ਮਾਫ਼, 2 ਸਾਲ ਪਏ ਨੇ ਪੰਜਾਬ ਦੀ ਲੜਾਈ ਲਈ, ਆਓ ਲੱਗੋ ਮੈਦਾਨ ਦੇ ਵਿੱਚ, ਕੱਢੋ ਸਰਕਾਰ ਦੀਆਂ ਕਤਾਈਆਂ, ਬਣਾਓ ਨਵਾਂ ਫਰੰਟ। ਮੈਂ ਬਿਨਾਂ ਟਿਕਟ ਤੋਂ, ਬਿਨਾਂ ਲਾਲਚ ਤੋਂ ਤੁਹਾਡੇ ਨਾਲ ਕੰਮ ਵੀ ਕਰਾਂਗੇ। जुड़ चुके ने हुण पंजाब तो मनदीप सिंह मन्ना जी, पॉलिटिशियन भी है, एक उगे समाज सेवी भी है, ते खास करके इन्हां दी जिहड़ी खास गल है, बड़े निडर ते बेबाक ने। ते मनदीप सिंह मन्ना जी, तुहाडा अपना फ्रेंड्स चैनल ते साफ ते सीधी गल दे विच स्वागत है। ਧੰਨਵਾਦ ਜੀ, ਫਰੈਂਡਸ ਚੈਨਲ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਮੈਨੂੰ ਲੋਕਾਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ। ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦ। ਪੰਜਾਬ ਦੇ ਵਿੱਚ ਰਾਸ਼ਨ ਨੂੰ, ਸਿਰਫ ਰਾਸ਼ਨ ਨੂੰ ਲੈ ਕੇ ਇੰਨੀ ਕੁ ਰਾਜਨੀਤੀ ਅਸੀਂ ਤੁਹਾਡੀਆਂ ਅੱਖਾਂ ਰਾਹੀਂ ਵੇਖਣਾ ਚਾਹੁੰਦੇ ਹਾਂ ਕਿ ਤੁਸੀਂ ਪੰਜਾਬ ਨੂੰ ਰਾਸ਼ਨ ਦੇ ਉੱਤੇ ਜਿਹੜੀ ਰਾਜਨੀਤੀ ਹੋ ਰਹੀ ਹੈ ਉਹ ਕਿਸ ਤਰ੍ਹਾਂ ਬਿਆਨ ਕਰਦੇ ਜੀ? ਬਿਲਕੁਲ ਜੀ, ਜਿਵੇਂ ਇਲੈਕਸ਼ਨਾਂ 'ਚ ਫੰਡ ਕਰਦੇ ਰਹੇ ਨੇ ਇਕੱਠੇ, ਇਸੇ ਤਰੀਕੇ ਰਾਸ਼ਨ ਦੇ ਉੱਤੇ ਵੀ ਫੰਡ ਇਕੱਠੇ ਕੀਤੇ ਗਏ, ਲੋਕਾਂ ਨੂੰ ਪਹੁੰਚਾਇਆ ਤੱਕ ਨਹੀਂ ਗਿਆ। ਪੰਜਾਬ ਭੁੱਖਾ ਮਰ ਰਿਹਾ। ਮੈਨੂੰ ਬਾਕੀ ਸਟੇਟਸ ਦਾ ਤਾਂ ਨਹੀਂ ਪਤਾ, ਪਰ ਪੰਜਾਬ ਦੇ ਵਿੱਚ ਜਿੰਨਾ ਘਰ ਘਰ 'ਚ ਰਾਸ਼ਨ ਪਹੁੰਚਣਾ ਚਾਹੀਦਾ ਸੀ, ਸਰਕਾਰ ਨੇ ਫੈਸਲਾ ਦੇ ਦਿੱਤਾ ਲੋਕਡਾਊਨ ਦਾ ਕਿ ਤੁਸੀਂ ਘਰਾਂ ਦੇ ਵਿੱਚੋਂ ਨਹੀਂ ਨਿਕਲਣਾ, ਕਰਫਿਊ ਲਾ ਦਿੱਤਾ ਗਿਆ। ਮੈਂ ਸਰਕਾਰ ਨੂੰ ਇੱਕ ਗੁਜ਼ਾਰਿਸ਼ ਕੀਤੀ ਸੀ ਕਿ ਗਰੀਬ ਬੰਦਾ ਜਦੋਂ ਉਹਦਾ ਬੱਚਾ ਘਰ ਦੇ ਵਿੱਚ ਦੁੱਧ, ਟੌਫੀ, ਰੋਟੀ ਮੰਗਦਾ ਹੈ, ਕੋਈ ਸਬਜ਼ੀ ਮਨਪਸੰਦ ਦੀ ਮੰਗਦਾ ਤੇ ਉਹਨੂੰ ਬਾਹਰ ਨਿਕਲਣਾ ਪੈਂਦਾ, ਤੁਸੀਂ ਮਨਪਸੰਦ ਦੀਆਂ ਚੀਜ਼ਾਂ ਨਾ ਦਿਓ, ਪਰ ਕਮ ਸੇ ਕਮ ਉਹਦਾ ਪੇਟ ਭਰਨ ਲਈ ਮੰਨ ਲਓ 2 ਮਹੀਨੇ ਲੋਕਡਾਊਨ ਰੱਖਣਾ, ਤੁਸੀਂ ਅਗਲੇ ਨੂੰ ਕਹੋ 2 ਮਹੀਨੇ ਦਾ ਰਾਸ਼ਨ ਤੇਰੇ ਘਰ ਹੈ ਯਾਰ, ਤੇਰਾ ਕੰਮ ਕਾਰ ਨਹੀਂ ਚੱਲ ਰਿਹਾ। ਉਸ ਤੋਂ ਬਾਅਦ ਜੋ ਬੰਦਾ ਬਾਹਰ ਨਿਕਲੇ ਤੇ ਗੁਨਾਹਗਾਰ ਹੈ। ਪਰ ਰਾਸ਼ਨ ਦੇ ਨਾਂ ਦੇ ਉੱਤੇ ਸਿਰਫ ਲੋਕਾਂ ਦਾ ਮੂੰਹ ਪੂੰਝਿਆ ਗਿਆ। ਔਰ ਮੈਂ ਡਿਟੇਲਸ ਤੱਕ ਜਾਰੀ ਕੀਤੀਆਂ ਡਿਸਟ੍ਰਿਕਟ ਵਾਈਜ਼ ਕਿ ਇੰਨੇ ਰਾਸ਼ਨ ਨਾਲ 25-25 ਲੱਖ ਬੰਦੇ ਦਾ ਸਰ ਸਕਦਾ। ਅੰਮ੍ਰਿਤਸਰ ਡਿਸਟ੍ਰਿਕਟ ਦੇ ਵਿੱਚ 50,000 ਬੈਗ ਜਿਹੜਾ ਸਰਕਾਰੀ ਭੇਜਿਆ ਗਿਆ ਕੈਪਟਨ ਅਮਰਿੰਦਰ ਸਿੰਘ ਦੀ ਫੋਟੋ ਵਾਲਾ, ਉਸ ਬੈਗ ਦੇ ਵਿੱਚ ਸੀਗਾ 10 ਕਿਲੋ ਆਟਾ, 2 ਕਿਲੋ ਦਾਲ ਤੇ 2 ਕਿਲੋ ਖੰਡ, ਜਿਹਦੀ ਕੀਮਤ 400 ਰੁਪਇਆ ਬਣਦੀ ਸੀ। 50,000 ਬੈਗ ਭੇਜਿਆ ਗਿਆ 25 ਲੱਖ ਦੀ ਆਬਾਦੀ ਨੂੰ। ਔਰ ਇਹਦਾ ਮੈਂ ਡਾਟਾ ਕੱਢਿਆ ਸੀ ਕਿ 1 ਮਹੀਨੇ 'ਚ ਇੱਕ ਬੰਦੇ ਦੇ ਸੇ 30 ਰੁਪਏ ਆਏ, ਤੇ ਜੇ 60 ਦਿਨ ਲੋਕਡਾਊਨ ਚੱਲ ਗਿਆ ਤੇ 15 ਰੁਪਏ ਆਏ। ਕੀ 15 ਰੁਪਏ ਦੇ ਵਿੱਚ ਬੰਦਾ 1 ਮਹੀਨਾ ਗੁਜ਼ਾਰਾ ਕਰ ਸਕਦਾ ਕਿਤੇ? ਇਹ ਗੱਲਾਂ ਸਿਰਫ ਲੋਕਾਂ ਤੱਕ ਰਾਸ਼ਨ ਪਹੁੰਚਾਇਆ ਹੀ ਨਹੀਂ ਗਿਆ। ਰਾਸ਼ਨ ਦੀ ਆੜ 'ਚ ਜਦੋਂ ਇਹ ਸ਼ੁਰੂ ਹੋਇਆ ਸੀ ਕੰਮ, ਮੈਂ ਉਦੋਂ ਵੀ ਕਿਹਾ ਸੀ ਕਿ ਕਰੋਨਾ ਦੀ ਆੜ 'ਚ ਚਾਹੇ ਘਪਲੇ ਸ਼ੁਰੂ ਹੋ ਜਾਣੇ ਨੇ, ਰਾਸ਼ਨ ਦਾ ਹੈ, PP ਕਿਟਸ ਦਾ ਹੈ, ਇਹ ਜਿਹੜੀਆਂ ਮੈਡੀਕਲ ਕਿਟਸ ਆਉਣੀਆਂ ਨੇ, ਔਰ ਉਹ ਘਪਲੇ ਸਾਰਿਆਂ ਦੇ ਸਾਹਮਣੇ ਆਉਣੇ ਸ਼ੁਰੂ ਹੋ ਗਏ। ਲੀਡਰਾਂ ਨੇ ਪੈਸਾ ਥਾ ਇਕੱਠਾ ਕੀਤਾ, ਸਰਕਾਰ ਕੋਲੋਂ ਰਾਸ਼ਨ ਲਿਆ। ਰਾਸ਼ਨ ਕਿਹਨਾਂ ਨੂੰ ਦਿੱਤਾ ਗਿਆ? ਆਪਣੇ ਕਾਉਂਸਲਰਸ ਦੇ ਰਾਹੀਂ ਵੰਡਣ ਲਈ, ਆਪਣੇ ਸਰਪੰਚਾਂ ਦੇ ਰਾਹੀਂ। ਮੈਂ ਤੁਹਾਨੂੰ ਫਿਰ ਵੀ ਕਹਿੰਦਾ, ਕੋਈ ਆਸਟ੍ਰੇਲੀਆ ਨਹੀਂ ਹੈਗਾ, ਮਤਲਬ ਇੱਥੇ ਆਸਟ੍ਰੇਲੀਆ ਵਰਗੀਆਂ ਸਰਕਾਰਾਂ ਨਹੀਂ ਚੱਲਦੀਆਂ, ਕੈਨੇਡਾ ਵਰਗੀਆਂ ਸਰਕਾਰਾਂ ਨਹੀਂ ਚੱਲਦੀਆਂ ਕਿ ਜਿਹੜਾ ਬਿਨਾਂ ਪੱਖਪਾਤ ਤੋਂ ਲੋਕਾਂ ਨੂੰ ਸਹੂਲਤਾਂ ਦੇ ਦੇਣ। ਕਿਹੜਾ ਕਾਂਗਰਸੀ ਕਾਉਂਸਲਰ ਹੈ ਜਿਹੜਾ ਕਿਸੇ ਅਕਾਲੀ ਨੂੰ ਰਾਸ਼ਨ ਦਊਗਾ, ਕਿਸੇ ਭਾਜਪਾ ਵਾਲੇ ਨੂੰ ਦਊਗਾ? ਕਿਹੜਾ ਅਕਾਲੀ ਕਾਉਂਸਲਰ ਹੈ ਜਿਹੜਾ ਕਿਸੇ ਕਾਂਗਰਸੀ ਨੂੰ ਰਾਸ਼ਨ ਦਊਗਾ? ਰਾਸ਼ਨ ਤੇ ਲੋਕਾਂ ਦੇ ਘਰਾਂ 'ਚ ਪਹੁੰਚਾਉਣਾ ਚਾਹੀਦਾ ਸੀ। ਫਿਰ ਮੈਂ ਪਰਸੋਂ ਚੈਲੰਜ ਕੀਤਾ ਸੀ ਕੈਪਟਨ ਅਮਰਿੰਦਰ ਸਿੰਘ ਹੋਣਾ ਨੂੰ ਕਿ ਆਓ ਮੈਂ ਹਰ ਡਿਸਟ੍ਰਿਕਟ ਦੇ ਵਿੱਚ ਤੁਹਾਨੂੰ 100 ਬੰਦੇ ਦੀ ਇੱਕ ਟੀਮ ਦਿੰਨਾ, ਆਪਾਂ ਕੱਲੇ ਘਰ ਦੀ ਕੁੰਡੀ ਖੜਕਾ ਕੇ ਪੁੱਛਾਂਗੇ ਕਿ ਤੁਹਾਡੇ ਤੱਕ ਰਾਸ਼ਨ ਪਹੁੰਚਿਆ। ਜੇ 5% ਵੀ ਲੋਕ ਨਿਕਲ ਜਾਣਗੇ ਤੇ ਸਭ ਤੋਂ ਪਹਿਲਾਂ ਨਾਰਾ ਜਿਹੜਾ ਕੈਪਟਨ ਅਮਰਿੰਦਰ ਸਿੰਘ ਜਿੰਦਾਬਾਦ ਦਾ ਮੈਂ ਮਾਰੂੰਗਾ। ਪਰ ਗੱਲਾਂ ਜ਼ਮੀਨੀ ਹਕੀਕਤ ਕੋਈ ਜਾਣਨਾ ਹੀ ਨਹੀਂ ਚਾਹੁੰਦਾ। ਜਿਹੜੀ ਜ਼ਮੀਨੀ ਹਕੀਕਤ ਹੈ, ਪੰਜਾਬ ਦੇ ਵਿੱਚ ਹੀ ਸਿਰਫ ਲੋਕੀ ਆਤਮ ਹੱਤਿਆ ਕਰਦੇ ਪਏ ਨੇ। ਤੁਸੀਂ ਤੁਹਾਡੀਆਂ ਕੁਝ ਵੀਡੀਓ ਵੀ ਵੇਖੀਆਂ, ਤੁਸੀਂ ਉਹਨਾਂ ਨੂੰ ਮਿਲ ਕੇ ਆਏ ਜੀ। ਮੇਰਾ ਹੁਣ ਕੁਐਸਚਨ ਇਹ ਹੈਗਾ ਵੀ ਇਹਨਾਂ ਦੀ ਜਿਹੜੀ ਜ਼ਿੰਮੇਵਾਰੀ ਕਿਹਦੇ ਤੇ ਫਿਕਸ ਹੁੰਦੀ ਹੈ? ਉਹ ਭਾਰਤ ਭੂਸ਼ਣ ਤੇ ਹੁੰਦੀ ਹੈ, ਕੈਪਟਨ ਅਮਰਿੰਦਰ ਤੇ ਹੁੰਦੀ ਹੈ, ਕਿਉਂਕਿ ਮਰੇ ਤੇ ਉਹ ਕਿਸੇ ਨਾ ਕਿਸੇ ਕਾਰਨ ਇਸ ਭੁੱਖਮਰੀ ਤੋਂ ਹੀ ਹੈ। ਇੱਕ ਮੌਤ ਹੋਈ ਜੀ ਜਿਹੜੀ ਸਭ ਤੋਂ ਪਹਿਲੀ, ਉਹ ਹੋਈ ਹੈ ਲੁਧਿਆਣੇ ਦੇ ਵਿੱਚ, ਲੁਧਿਆਣੇ ਭਾਰਤ ਭੂਸ਼ਣ ਦੇ ਸ਼ਹਿਰ 'ਚ। ਹਾਂਜੀ, ਮੈਂ ਉੱਥੇ ਗਿਆ ਸੀਗਾ ਔਰ ਉੱਥੇ ਉਹਨਾਂ ਨੂੰ ਮੈਂ ਪੁੱਛਿਆ, ਮੈਂ ਨਹੀਂ ਸੀ ਮੰਨਦਾ ਕਿ ਕੋਈ ਬੰਦਾ ਰੋਟੀ ਕਰਕੇ ਮਰ ਸਕਦਾ ਹੈ ਪੰਜਾਬ ਦੇ ਵਿੱਚ।
ਉਸ ਬੰਦੇ ਨੂੰ ਅਣਗੌਲਿਆ ਕੀਤਾ ਗਿਆ। ਫਿਰ ਮੈਂ ਉਹਦੀ ਵਾਈਫ ਕੋਲੋਂ ਪੁੱਛਿਆ, ਉਹ ਕਹਿੰਦੀ ਜੀ 10-15 ਵਾਰੀ ਉਹ ਰਾਸ਼ਨ ਮੰਗਣ ਗਿਆ, ਇੱਕ ਵਾਰੀ ਥਾਣੇ ਵੀ ਗਿਆ ਔਰ ਇੱਕ ਵਾਰੀ ਗਾਲਾਂ ਕੱਢ ਕੇ ਉਹਨੂੰ ਭੇਜ ਦਿੱਤਾ ਗਿਆ। ਉਸ ਤੋਂ ਬਾਅਦ ਉਹ ਮਜਬੂਰ ਹੋ ਗਿਆ ਤੇ ਉਹਨੇ ਆਪਣੀ ਆਤਮ ਹੱਤਿਆ ਕਰ ਲਈ। ਉਹਦਾ ਵਿਚਾਰੀ ਦਾ ਉਹਦਾ ਕਿਰਿਆ ਕਰਮ ਲਈ ਵੀ ਖਰਚਾ ਨਹੀਂ ਸੀ ਹੈਗਾ। ਤੇ ਮੈਂ ਲੋਕਾਂ ਨੂੰ ਅਪੀਲ ਕੀਤੀ, ਮੈਂ ਲੁਧਿਆਣੇ ਉਹਨੂੰ ਪੈਸੇ ਦੇ ਸਕਦਾ ਸੀ, ਕਿਸੇ ਕੋਲੋਂ ਦਵਾ ਸਕਦਾ ਸੀ, ਪਰ ਮੈਂ ਕਦੀ ਕਿਸੇ ਨੂੰ ਨੀਵਾਂ ਨਹੀਂ ਵਿਖਾਉਣਾ ਚਾਹੁੰਦਾ ਸੀ। ਮੈਂ ਚਾਹੁੰਦਾ ਸੀ ਇੱਥੇ ਮੈਂ ਦੇ ਕੇ ਜਾਊਂਗਾ ਜਾਂ ਮੈਂ ਉਪਰਾਲਾ ਕਰੂੰਗਾ ਤੇ ਲੋਕ ਸਮਝਣਗੇ ਸਾਡੀ ਬੇਇੱਜ਼ਤੀ ਕਰਕੇ ਗਿਆ। ਮੈਂ ਉੱਥੇ ਹੀ ਕੋਈ ਸੱਜਣ ਮਿੱਤਰ ਸੀ, ਉਹਨਾਂ ਨੂੰ ਅਪੀਲ ਕੀਤੀ, ਉਹਦੇ ਘਰ ਚਲੇ ਗਏ ਔਰ ਉਹਦਾ ਜਿਹੜਾ ਸਰਦਾ ਪੁੱਜਦਾ ਸੀ ਉਹਨੂੰ ਦੇ ਕੇ ਆ ਗਏ। ਦੂਜੀ ਆਤਮ ਹੱਤਿਆ ਹੋਈ ਅੰਮ੍ਰਿਤਸਰ ਦੇ ਵਿੱਚ। ਉਸ ਬੰਦੇ ਨੇ, ਦੇਖੋ ਮੈਂ ਜਿਸ ਦਿਨ ਲਾਕਡਾਊਨ ਸ਼ੁਰੂ ਹੋਇਆ ਸੀ, ਮੈਂ ਉਸ ਦਿਨ ਬੜਾ ਸਪਸ਼ਟ ਕਿਹਾ ਸੀ ਕਿ ਲੋਕਾਂ ਕੋਲ, ਲੋਕ ਬੜੇ ਹੈਂਡ ਟੂ ਮਾਊਥ ਨੇ। ਕਈ ਲੋਕਾਂ ਨੇ ਸਵਾਲ ਕੀਤੇ ਸੀ ਕਿ ਤੁਸੀਂ ਪਹਿਲੇ ਦਿਨ ਹੀ ਕਿਉਂ ਰਾਸ਼ਨ ਮੁਹਿੰਮ ਚਲਾਤੀ, ਲੋਕਾਂ ਕੋਲ ਤੇ 4-4 10-10 ਦਿਨ ਦਾ ਰਾਸ਼ਨ ਘਰਾਂ 'ਚ ਹੁੰਦਾ। ਇਸ ਤਰ੍ਹਾਂ ਨਹੀਂ ਹੈਗਾ। ਜਿਹੜੇ ਲੋਕ ਦਿਨੇ ਕੰਮ ਕਰਦੇ ਨੇ, ਕੋਈ ਬੂਟ ਪਾਲਿਸ਼ ਕਰਦਾ, ਕੋਈ ਦਿਹਾੜੀ ਲਾਉਂਦਾ, ਉਹਨੇ ਸ਼ਾਮ ਨੂੰ ਆਪਣੀਆਂ ਲੋੜਾਂ ਪੂਰੀਆਂ ਕਰਨੀਆਂ ਹੁੰਦੀਆਂ ਨੇ। ਮੈਂ ਮੁਹਿੰਮ ਸਿਰਫ ਇਸ ਕਰਕੇ ਚਲਾਈ ਸੀ, ਮੈਂ ਨਹੀਂ ਸਮਝਦਾ ਕਿ ਮੈਂ ਸਾਰਿਆਂ ਨੂੰ ਰੋਟੀ ਖਵਾ ਸਕਦਾ ਸੀ। ਮੁਹਿੰਮ ਚਲਾਉਣ ਦਾ ਮਕਸਦ ਇਹ ਸੀਗਾ ਕਿ ਸਾਰੇ ਲੀਡਰ ਕਹਿੰਦੇ ਸੀ ਘਰਾਂ 'ਚ ਵੜ ਜਾਓ, ਘਰਾਂ 'ਚ ਵੜ ਜਾਓ, ਵੀ ਆਓ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ। ਲੋਕਾਂ ਨਾਲ ਜੀਣ ਮਰਨ ਦੇ ਕਸਮਾਂ ਖਾਂਦੇ ਹੋ ਤੁਸੀਂ। ਅੱਜ ਲੋਕ ਦਿੱਕਤ 'ਚ ਨੇ, ਨਿਕਲੋ। ਮੈਨੂੰ ਵੇਖੋ ਵੇਖੀ ਲੋਕ ਨਿਕਲੇ, ਪਰ ਸਾਰੇ ਸ਼ਹਿਰ ਦੀ ਰੋਟੀ ਨਹੀਂ ਪੂਰੀ ਕੀਤੀ ਗਈ। ਫਰਜ਼ ਤੇ ਸਰਕਾਰ ਦਾ ਬਣਦਾ ਸੀ। ਉਸ ਬੰਦੇ ਨੇ, ਮੈਂ ਉਸ ਦਿਨ ਬੋਲਿਆ ਸੀ, ਮੈਂ ਦੱਸਣ ਲੱਗਾ ਕਿ ਲੋਕਾਂ ਨੇ 10-10 ਹਜ਼ਾਰ ਰੁਪਈਆ ਵਿਆਜੀ ਫੜਿਆ ਹੁੰਦਾ, ਜਿਹਦੇ ਬਦਲੇ ਉਹਨਾਂ ਨੂੰ 8,000 ਰੁਪਈਆ ਮਿਲਦਾ ਔਰ 100 ਰੁਪਈਆ ਡੇਲੀ ਮੋੜਨਾ ਹੁੰਦਾ। ਮਤਲਬ 20% ਤੋਂ ਉੱਤੇ ਵਿਆਜ ਤੇ ਲੋਕਾਂ ਨੇ ਪੈਸੇ ਫੜੇ ਹੁੰਦੇ ਨੇ। ਜਿਹੜੇ ਵਿਆਜ ਲੈਣ ਵਾਲੇ ਨੇ ਉਹ ਤਾਕਤਵਰ ਲੀਡਰਾਂ ਦੀ ਸ਼ਹਿ ਵਾਲੇ ਬੰਦੇ ਹੁੰਦੇ ਨੇ, ਉਹ ਚਵਾਨੀ ਨਹੀਂ ਛੱਡਦੇ ਕਿਸੇ ਨੂੰ। ਉਸ ਬੰਦੇ ਕੋਲੋਂ ਪੈਸੇ ਮੰਗੇ ਜਾ ਰਹੇ ਸੀਗੇ ਔਰ ਉਹਨੇ ਸੁਸਾਈਡ ਕਰ ਲਿਆ ਸੀ। ਇਹ ਸੁਸਾਈਡ, ਮੈਂ ਜਿਸ ਦਿਨ ਲਾਕਡਾਊਨ ਹੋਇਆ ਸੀ ਉਸੇ ਦਿਨ ਮੈਂ ਕਹਿ ਦਿੱਤਾ ਸੀ ਕਿ ਸੁਸਾਈਡ ਹੋਣੇ ਸ਼ੁਰੂ ਹੋ ਜਾਣਗੇ। ਇਸ ਤੋਂ ਬਾਅਦ ਬੈਂਕਰਪਸੀ ਕਿੰਨੀ ਹੋ ਜਾਣੀ ਹੈ। ਵੱਡੇ ਜਿਹੜੇ ਮਗਰਮੱਛ, ਵੱਡੇ ਵਪਾਰੀ ਨੇ, ਉਹਨਾਂ ਛੋਟਿਆਂ ਛੋਟਿਆਂ ਨੂੰ ਖਰੀਦ ਲੈਣਾ, ਲੋਕੀ ਮਰਨ ਲਈ ਮਜਬੂਰ ਹੋ ਜਾਣੇ ਨੇ। ਤੇ ਅੱਜ ਨਤੀਜੇ ਤੁਹਾਡੇ ਸਾਹਮਣੇ ਆ ਰਹੇ ਨੇ। ਇਹ 2 ਨਹੀਂ ਹੋਈਆਂ, ਅੱਗੋਂ ਕਿੰਨੀਆਂ ਹੋਣੀਆਂ ਇਹਦੇ ਬਾਰੇ ਤੇ ਕਿਸੇ ਨੂੰ ਅੰਦਾਜ਼ਾ ਹੀ ਨਹੀਂ ਹੈਗਾ। ਇਹ ਕਿਸੇ ਤੇ ਫਿਕਸ ਵੀ ਹੋਣਗੀਆਂ ਕਿ ਜਾਂ ਇਹ ਇਦਾਂ ਵੀ ਜਿੱਦਾਂ ਮਜ਼ਦੂਰ ਵਰਗ ਮਰ ਗਿਆ ਤੇ ਮਰ ਗਿਆ, ਬਸ ਕਹਾਣੀ ਖਤਮ ਹੋ ਗਈ? ਸਿਰਫ ਗਰੀਬ ਤੇ ਅਮੀਰ ਲਈ ਕਾਨੂੰਨ ਹੀ ਵੱਖਰਾ ਹੈ ਜੀ। ਮੈਂ ਫਿਰ ਕਹਿ ਰਿਹਾ ਕਿ ਸਾਡੇ 2 ਕਾਨੂੰਨ ਚੱਲਦੇ ਨੇ। ਗਰੀਬ ਮਰ ਗਿਆ, ਇਹੋ ਕਿਸੇ ਵੱਡੇ ਦਾ ਬੰਦਾ ਮਰਿਆ ਹੁੰਦਾ ਤੇ ਮੇਰਾ ਖਿਆਲ ਜਿਨ੍ਹਾਂ ਲੋਕਾਂ ਕਿਤੇ ਵਿਆਜੀ ਪੈਸੇ ਕਿਸੇ ਤਾਕਤਵਰ ਦੇ ਬੱਚੇ ਨੂੰ ਦਿੱਤੇ ਵੀ ਹੁੰਦੇ, ਕੋਈ ਚਾਹੇ ਮੈਚ ਲਈ ਦਿੱਤੇ ਹੁੰਦੇ ਕਿਤੇ, ਤੇ ਉਹ ਸਾਰੇ ਫਾਹੇ ਲਾ ਦਿੰਦੇ। ਗਰੀਬ ਦੀ ਇੱਥੇ ਵੈਲਿਊ ਨਹੀਂ ਹੈਗੀ। ਔਰ ਇਹਦੀ ਜ਼ਿੰਮੇਵਾਰੀ ਕਿਉਂ ਨਹੀਂ ਫਿਕਸ ਹੋਣੀ ਚਾਹੀਦੀ? ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਤੁਸੀਂ ਜੇ ਉਹਨਾਂ ਲੋਕਾਂ ਤੱਕ ਰਾਸ਼ਨ ਕਰਕੇ ਮਰ ਰਹੇ ਆ, ਜੇ ਉਹਨਾਂ ਦਾ ਕੰਮਕਾਰ ਬੰਦ ਹੋ ਰਿਹਾ, ਤੇ ਤੁਹਾਡੀ ਜ਼ਿੰਮੇਵਾਰੀ ਕਿੱਦਾਂ ਨਹੀਂ ਤੈਅ ਹੁੰਦੀ? ਜੇ ਮੋਦੀ ਸਾਹਿਬ ਨੇ ਵੀ 20 ਲੱਖ ਕਰੋੜ ਰੁਪਈਆ ਦੇ ਦਿੱਤਾ ਤੇ ਮੈਂ ਤੇ ਕਿਹਾ ਉਹ ਲੋਲੀਪੌਪ ਦਿੱਤਾ, ਉਹ ਵੀ ਉੱਤੇ ਮੋਮਜਮਾ ਚੜਾ ਕੇ ਦੇ ਦਿੱਤਾ ਵੀ ਇਹਨੂੰ ਚੂਸੀ ਜਾਓ, ਨਾ ਇਹਦਾ ਸਵਾਦ ਹੈ ਨਾ ਲੈਣਾ। ਕੀ 20 ਲੱਖ ਕਰੋੜ ਰੁਪਈਏ ਦੇ ਲੋਨ ਦਓਗੇ ਜਦੋਂ ਕੰਮ ਚੱਲਣਗੇ? ਇਹਦੇ ਤੇ ਇਹ ਨਹੀਂ ਸਥਿਤੀ ਦੁਨੀਆ 'ਚ ਕੰਮ ਚੱਲਣੇ ਕਿ ਨਹੀਂ ਚੱਲਣੇ। ਕਿਹੜੇ ਲੋਨ ਦੀਆਂ ਗੱਲਾਂ ਕਰਦੇ ਹੋ? ਐਜੂਕੇਸ਼ਨ ਬੱਚਿਆਂ ਦੀ ਮਰ ਗਈ, ਭੁੱਖੇ ਲੋਕ ਮਰ ਰਹੇ ਨੇ। ਮਤਲਬ ਹਵਾਈ ਗੱਲਾਂ ਕਰ ਰਹੇ ਹੋ। ਕਦੀ ਤਾੜੀਆਂ ਵਜਾਉਣ ਲਈ ਕਹਿੰਦੇ ਹੋ, ਕੈਪਟਨ ਅਮਰਿੰਦਰ ਸਿੰਘ ਜਕਾਰੇ ਲਾਉਣ ਲਈ ਕਹਿੰਦੇ ਨੇ। ਇਹਨਾਂ ਚੀਜ਼ਾਂ ਨਾਲ ਲੋਕਾਂ ਦਾ ਢਿੱਡ ਤੇ ਨਹੀਂ ਭਰਨਾ। ਜਿਹੜੀ ਕੈਪਟਨ ਸਰਕਾਰ ਆ, 2 ਮਹੀਨੇ ਕੀ ਇਹਨੂੰ ਨਜ਼ਰ ਨਹੀਂ ਆਉਂਦਾ ਜਾਂ ਲੋਕਾਂ ਤੱਕ, ਲੋਕਾਂ ਦੀ ਆਵਾਜ਼ ਇਹਨਾਂ ਦੇ ਕੰਨਾਂ ਤੱਕ ਨਹੀਂ ਪਹੁੰਚਦੀ? ਕਿਉਂਕਿ 2 ਮਹੀਨੇ ਵਿੱਚ ਇੱਕ ਪ੍ਰੀ ਕੈਬਨਿਟ ਮੀਟਿੰਗ ਹੁੰਦੀ ਹੈ ਤੇ ਉਹ ਵੀ ਸ਼ਰਾਬ ਕਰਕੇ। ਸ਼ਰਾਬ ਮੰਨ ਲੈਂਦੇ ਆ ਕਿ ਬਿਜ਼ਨਸ ਦਾ ਵੱਡਾ ਉੱਥੋਂ ਦਾ ਸੋਰਸ ਹੋਏਗਾ, ਮਗਰ 2 ਮਹੀਨੇ ਜਦੋਂ ਲੋਕੀ ਹਰ ਜਗ੍ਹਾ ਤੇ ਕੁਰਲਾ ਰਹੇ ਹੋਣ ਤੇ ਤੁਸੀਂ ਇੱਕ ਪ੍ਰੀ ਕੈਬਨਿਟ ਮੀਟਿੰਗ ਕਰੋ, ਉਹ ਵੀ ਸਕਸੈਸਫੁਲ ਨਾ ਹੋਵੇ, ਇਹਨੂੰ ਤੁਸੀਂ ਕਿੱਦਾਂ ਬਿਆਨ ਕਰਦੇ? ਦੇਖੋ, ਸਰਕਾਰ ਇਸ ਵੇਲੇ ਕੋਮਾ 'ਚ ਹੈ। ਮੈਂ ਜੋ ਮੰਨਦਾ ਕਿ ਕੈਪਟਨ ਅਮਰਿੰਦਰ ਸਿੰਘ 2 ਮਹੀਨੇ ਲਾਕਡਾਊਨ ਚੱਲਿਆ ਹੋਵੇ ਤੇ ਆ ਕੇ ਉਹਨਾਂ ਦਾ ਤੇ ਫਰਜ਼ ਬਣਦਾ ਸੀ, ਜੇ 22-24 ਜ਼ਿਲ੍ਹੇ ਨੇ ਤੇ ਹਰ ਜ਼ਿਲ੍ਹੇ ਦਾ ਦੌਰਾ ਕਰਦੇ। ਨਾ ਉਹਨਾਂ ਦਾ ਕੋਈ ਮਿਨਿਸਟਰ ਨਿਕਲ ਰਿਹਾ, ਨਾ ਉਹਨਾਂ ਦਾ ਕੋਈ MLA ਨਿਕਲ ਰਿਹਾ। ਲੋਕਾਂ ਜਾਣ ਨੂੰ ਤਿਆਰ ਆ ਤੇ ਅਸੀਂ ਲੋਕ ਤੇ ਲਵਾਰਸ ਬੈਠੇ ਆ। ਸਰਕਾਰ ਹੈ ਕਿੱਥੇ ਹੈ? ਦੂਜੀ ਚੀਜ਼, ਜਿੰਨਾ ਜ਼ੋਰ ਸ਼ਰਾਬ ਦੇ ਠੇਕੇ ਖਿਲਾਉਣ ਦੇ ਉੱਤੇ ਲਾ ਦਿੱਤਾ, ਇੰਨਾ ਜ਼ੋਰ ਸਕੂਲ ਖਿਲਾਉਣ ਤੇ ਲਾਉਂਦੇ। ਇੱਕ ਪੀੜ੍ਹੀ ਖਰਾਬ ਹੋ ਰਹੀ ਹੈ ਸਾਡੀ। ਇੰਨਾ ਜ਼ੋਰ ਲੋਕਾਂ ਦੇ ਘਰ ਰਾਸ਼ਨ ਪਹੁੰਚਾਉਣ ਤੇ ਲਾਉਂਦੇ। ਦੇਖੋ, ਇਸ ਤੋਂ ਵੱਡੀ ਕੀ ਬਦਕਿਸਮਤੀ ਹੋ ਸਕਦੀ ਹੈ ਜੇ ਇਹਨੂੰ ਦਿਮਾਗ ਨਾਲ ਸੋਚਿਆ ਜਾਵੇ ਕਿ ਸਾਡੀ ਸਰਕਾਰ ਜਿਹੜੀ ਸਿਰਫ ਨਸ਼ੇ ਦੇ ਸਿਰ ਤੇ ਚੱਲਦੀ ਹੈ, ਸ਼ਰਾਬ ਦੇ ਸਿਰ ਦੇ ਉੱਤੇ ਚੱਲਦੀ ਹੈ। ਕਿਹੜੀਆਂ ਮੱਲਾਂ ਮਾਰ ਰਹੇ ਨੇ ਪੰਜਾਬੀ। ਮੈਂ ਪਰਸੋਂ ਬੋਲ ਕੇ ਕੈਪਟਨ ਅਮਰਿੰਦਰ ਸਿੰਘ ਹੋਣਾ ਨੂੰ ਕਿਹਾ ਸੀਗਾ ਕਿ ਸ਼ਰਾਬ ਦੇ ਠੇਕੇਦਾਰਾਂ ਨੂੰ ਤੁਸੀਂ ਕਹਿ ਰਹੇ ਹੋ ਕਿ ਜੇ ਤੁਸੀਂ ਠੇਕੇ ਨਾ ਖੋਲੇ ਤੇ ਤੁਹਾਡੇ ਤੇ ਪਰਚੇ ਦਰਜ ਕਰ ਦਿੱਤੇ ਜਾਣਗੇ। ਇਹ ਜਿਹੜੇ ਐਕਸਾਈਜ਼ ਅਫਸਰ ਨੇ ਉਹਨਾਂ ਨੂੰ ਬੁਲਾ ਰਹੇ ਨੇ। ਮੈਂ ਕਿਹਾ ਦੁਨੀਆ ਦੀ ਪਹਿਲੀ ਸਰਕਾਰ ਹੈ ਜਿਹੜਾ ਨਸ਼ਾ ਵੇਚਣ ਦੇ ਉੱਤੇ ਪਰਚਾ ਨਹੀਂ ਦੇ ਰਹੀ, ਨਸ਼ਾ ਨਾ ਵੇਚਣ ਦੇ ਉੱਤੇ ਪਰਚਾ ਦੇ ਰਹੀ ਹੈ। ਇੰਨੀ ਸਖਤੀ ਤੇ ਕਦੀ ਤਾਲਿਬਾਨ 'ਚ, ਅਫਗਾਨਿਸਤਾਨ 'ਚ ਨਹੀਂ ਹੋਈ ਹੋਣੀ ਕਿ ਜਿੱਥੋਂ ਉੱਥੋਂ ਕਹਿ ਦਿੱਤਾ ਜਾਵੇ ਜੇ ਪੰਜਾਬ 'ਚ ਇੰਨੀ ਸਮੈਕ ਨਾ ਭੇਜੀ ਤੇ ਤੁਹਾਨੂੰ ਫੜ ਕੇ ਅੰਦਰ ਦੇ ਦੇਵਾਂਗੇ। ਜਿੰਨੀ ਤੁਸੀਂ ਘਰ ਘਰ ਸ਼ਰਾਬ ਪਹੁੰਚਾਉਣ ਦੀ, ਡਿਲੀਵਰੀ ਦੀਆਂ ਗੱਲਾਂ ਕਰਦੇ ਹੋ। ਦੂਜੀ ਚੀਜ਼, ਕਿਉਂ ਸ਼ਰਾਬ ਦੇ ਸਿਰ ਦੇ ਉੱਤੇ ਸਾਨੂੰ ਬਦਨਾਮ ਕੀਤਾ ਜਾਂਦਾ? ਸਰਕਾਰ ਆਪਣੇ ਸਾਰੇ ਸੋਰਸ ਖਤਮ ਕਰ ਚੁੱਕੀ ਹੈ। ਨਾ ਕਿਤੇ ਰੋਡਵੇਜ਼ ਦੀਆਂ ਬੱਸਾਂ ਦਿਸਦੀਆਂ, ਰੇਤਾ ਸਰਕਾਰੀ ਕਰ ਦੋ, ਸ਼ਰਾਬ ਦੇ ਠੇਕੇ ਸਰਕਾਰੀ ਕਰ ਦੋ। ਨਾ ਸਰਕਾਰੀ ਹਸਪਤਾਲ ਚੱਲਦੇ ਨੇ, ਨਾ ਸਰਕਾਰੀ ਸਕੂਲ ਚੱਲਦੇ ਨੇ। ਰੈਵਨਿਊ ਆਉਣਾ ਕਿੱਥੋਂ ਹੈ? 500 ਬੱਸ ਇੱਕ ਬੰਦਾ ਲਈ ਫਿਰਦਾ ਤੇ ਜੇ ਉਹ ਕਰੋੜਾਂ ਅਰਬਾਂ ਰੁਪਈਆ ਸਾਲ ਦਾ ਕਮਾ ਸਕਦਾ ਤੇ ਸਰਕਾਰ ਕਿਉਂ ਨਹੀਂ ਕਮਾ ਸਕਦੀ? ਕਾਰਨ ਕੀ ਹੈ?
ਕਿ ਜਿੰਨੇ ਮੰਤਰੀ ਜਿੰਨੇ MLA ਉਹ ਸਾਰਿਆਂ ਦੇ ਵਪਾਰ ਚੱਲਦੇ ਨੇ, ਇਹਨਾਂ ਦਾ ਸਰਕਾਰ ਦਾ ਰੈਵਨਿਊ ਵਧਾਉਣ ਨਾਲ ਧਿਆਨ ਹੀ ਨਹੀਂ ਹੈਗਾ। ਆਪਣਾ ਰੈਵਨਿਊ ਵਧਾਉਣ ਨਾਲ ਜਿਹੜਾ 20 ਸਾਲਾਂ ਤੋਂ ਧਿਆਨ ਤੁਰ ਰਿਹਾ ਔਰ ਪੰਜਾਬ ਜਿਹੜਾ ਬਰਬਾਦ ਹੋ ਰਿਹਾ। ਇਹਦੇ ਵਿੱਚ ਰੈਵਨਿਊ ਮੈਂ ਕਹਿੰਦਾ ਕੈਪਟਨ ਅਮਰਿੰਦਰ ਸਿੰਘ ਬਹਿ ਜਾਣ, ਸ਼ਰਾਬ ਤੋਂ 5-6 ਹਜ਼ਾਰ ਕਰੋੜ ਰੁਪਈਆ ਆਉਂਦਾ, ਇਸ ਤੋਂ ਲਹਿਦਾ 5000 ਕਰੋੜ ਰੁਪਈਆ ਇਹਨਾਂ ਨੂੰ ਪੈਦਾ ਕਰਕੇ ਦੱਸ ਦਿੰਦੇ ਆ। ਵਪਾਰੀ ਵੀ ਤੇ ਕਮਾ ਹੀ ਰਹੇ ਆ ਨਾ ਸਾਰਾ ਕੁਝ। ਮਤਲਬ ਇਹ ਜਿਹੜੇ ਵੱਡੇ ਜਿਨ੍ਹਾਂ ਨੂੰ ਮਾਫੀਆ ਵਪਾਰੀ ਕਹਿ ਲੋਗੇ, ਚਾਹੇ ਉਹ ਕੇਬਲ ਮਾਫੀਆ, ਚਾਹੇ ਉਹ ਸ਼ਰਾਬ ਮਾਫੀਆ, ਚਾਹੇ ਉਹ ਬੱਸਾਂ ਵਾਲੇ ਨੇ, ਉਹ ਕਮਾ ਸਕਦੇ ਤੇ ਸਰਕਾਰ ਕਿਉਂ ਨਹੀਂ ਕਮਾ ਸਕਦੀ? ਤੁਸੀਂ ਵੀ ਚੈਨਲ ਚਲਾਉਂਦੇ ਹੋ, ਸਰਕਾਰ ਆਪਣੇ ਚੈਨਲ ਕਿਉਂ ਨਹੀਂ ਸ਼ੁਰੂ ਕਰਦੀ? ਸਾਰੇ ਇਹਦੇ ਥਰੂ ਚੱਲਦੀ ਹੈ, ਇੱਕ ਚੈਨਲ ਚੱਲੇ, ਸਰਕਾਰ ਨੂੰ ਵੀ ਇਨਕਮ ਹੋ ਸਕਦੀ ਆ। ਸ਼੍ਰੋਮਣੀ ਕਮੇਟੀ ਇੱਕ ਚੈਨਲ ਤੋਂ ਇੰਨੇ ਪੈਸੇ ਕਮਾ ਸਕਦੀ ਆ ਜੋ ਚੈਨਲ ਵਾਲੇ ਨੂੰ ਕਮਾ ਕੇ ਦੇ ਸਕਦੀ ਹੈ, ਤੇ ਕੀ ਗੱਲ ਸਰਕਾਰ ਸੋਰਸ ਕਿਉਂ ਨਹੀਂ ਪੈਦਾ ਕਰਦੀ? ਜੇ ਸਾਰੀਆਂ ਚੀਜ਼ਾਂ ਸਰਕਾਰੀ ਹੋਣਗੀਆਂ, ਇੱਕ ਤੇ ਲੋਕਾਂ ਨੂੰ ਰੁਜ਼ਗਾਰ ਮਿਲੇਗਾ, ਸਰਕਾਰੀ ਨੌਕਰੀਆਂ ਮਿਲਣਗੀਆਂ। ਜਿਹੜੇ ਇਹਨਾਂ ਨੇ ਵਾਅਦੇ ਕੀਤੇ ਸੀ, ਵਾਅਦਾ ਤੇ ਕੀਤੇ ਸੀਗੇ ਸ਼ਰਾਬ ਦਾ ਮਾਫੀਆ ਤੋੜਾਂਗੇ, ਬੱਸਾਂ ਦਾ ਮਾਫੀਆ ਤੋੜਾਂਗੇ, ਕੇਬਲ ਦਾ ਮਾਫੀਆ ਤੋੜਾਂਗੇ, ਤੇ ਅੱਜ ਟੁੱਟਾ ਕੀ ਹੈ? ਇਹੋ ਕੈਪਟਨ ਅਮਰਿੰਦਰ ਸਿੰਘ ਨੇ ਜਿੰਨਾ ਸਹੁੰ ਖਾਧੀ ਸੀ ਪੰਜਾਬ 'ਚ ਨਸ਼ਾ ਮੁਕਤ ਕਰਨ ਦੀ, ਔਰ ਅੱਜ ਉਹ ਕੈਪਟਨ ਅਮਰਿੰਦਰ ਸਿੰਘ ਨੇ ਜਿਹੜੇ ਘਰ ਘਰ ਨਸ਼ਾ ਪਹੁੰਚਾਉਣ ਦੀਆਂ ਗੱਲਾਂ ਕਰਦੇ ਨੇ। ਮੈਂ ਕੱਲ ਵੀ ਕਿਹਾ ਸੀ, ਜੇ ਤੁਹਾਨੂੰ ਰੈਵਨਿਊ ਨਾਲ ਮਤਲਬ ਹੈ ਨਾ, ਤੇ ਫਿਰ ਬਹੁਤ ਮਾਤਰਾ 'ਚ ਸਮੈਕ ਪੰਜਾਬ ਜਿਹੜਾ ਸਮੈਕ ਪੀ ਰਿਹਾ, ਫਿਰ ਉਹਦੀ ਵੀ ਹੋਮ ਡਿਲੀਵਰੀ ਸ਼ੁਰੂ ਕਰ ਦਿਓ, ਗਾਂਜੇ ਦੀ ਵੀ ਕਰ ਦਿਓ, ਫੀਮ ਦੀ ਵੀ ਕਰ ਦਿਓ, ਵਧੀਆ ਤੁਹਾਨੂੰ ਰੈਵਨਿਊ ਆ ਜਾਊਗਾ। ਆਪਣੀਆਂ ਪੈਨਸ਼ਨਾਂ ਕਿਉਂ ਨਹੀਂ ਬੰਦ ਕਰਦੇ? ਆਪਣੀਆਂ ਤਨਖਾਹਾਂ ਜੇ ਅੱਜ ਪੰਜਾਬ ਮਤਲਬ ਮੰਦੇ ਹਾਲਾਤਾਂ ਦੇ ਵਿੱਚ ਹੈ, ਕਿਉਂ ਨਹੀਂ ਬੰਦ ਕੀਤੀਆਂ ਜਾਂਦੀਆਂ? ਆਪਣਾ ਕੀ ਯੋਗਦਾਨ ਪੈ ਰਿਹਾ? ਆਪ ਤੇ ਬਿਜਲੀ ਤੱਕ ਦੇ ਬਿੱਲ ਤੱਕ ਮਾਫ ਨਹੀਂ ਕੀਤੇ, ਔਰ ਜਿਹੜੇ ਰੇਤਾ ਦੇ ਸਮਗਲਰ ਨੇ, ਜਿਹੜੇ MLA ਨੇ ਠੇਕੇ ਲਏ ਹੋਏ ਨੇ, ਉਹਨਾਂ ਨੂੰ 20 ਕਰੋੜ ਰੁਪਈਆ ਮਹੀਨਾ ਜਿਹੜਾ ਛੱਡ ਦਿੱਤਾ ਗਿਆ। ਗਰੀਬ ਨੂੰ ਤੇ ਛੱਡਿਆ ਹੀ ਕੁਝ ਨਹੀਂ ਜਾ ਰਿਹਾ। ਇਹਨਾਂ ਹਾਲਾਤਾਂ ਦੇ ਵਿੱਚ ਸਾਨੂੰ ਤੇ ਅਹਿਸਾਸ ਹੀ ਨਹੀਂ ਹੈਗਾ ਕਿ ਪੰਜਾਬ 'ਚ ਸਰਕਾਰ ਹੈਗੀ ਹੈ, ਕਾਂਗਰਸ ਸਰਕਾਰ ਪੰਜਾਬ 'ਚ ਹੈ, ਤੇ ਇਹਨਾਂ ਦੀ ਹਾਈ ਕਮਾਨ ਨਾਲ ਕੋਈ ਇੱਕ ਗੱਲ ਹੈਗੀ ਆ ਜਾਂ ਨਹੀਂ? ਕਿਉਂਕਿ ਪ੍ਰਿੰਕਾ ਗਾਂਧੀ ਉੱਤਰ ਪ੍ਰਦੇਸ਼ ਨੂੰ ਕਹਿੰਦੀ ਹੈ ਵੀ ਬਿਜਲੀ ਮਾਫ ਕਰ ਦਿਓ 3 ਮਹੀਨੇ ਦੀ। ਜੇਕਰ ਉਹ ਉੱਥੇ ਮਾਫ ਕਰਵਾ ਸਕਦੀ ਹੈ, ਤੇ ਇੱਥੇ ਕਿਉਂ ਨਹੀਂ ਕਰਵਾ ਸਕਦੀ ਪੰਜਾਬ ਦੇ ਵਿੱਚ, ਜਿੱਥੇ ਤਾਂ ਉਹਦੀ ਆਪਣੀ ਸਰਕਾਰ ਹੈ? ਇੱਕ ਆਰਡਰ ਚੱਲਣਾ ਚਾਹੀਦਾ ਤੇ ਨਾਲ ਹੀ ਇਹ ਫਰਕ ਨੂੰ ਤੁਸੀਂ ਕਿੱਦਾਂ ਬਿਆਨ ਕਰਦੇ ਜੀ? ਦੇਖੋ ਜੀ, ਇਹ ਜੱਗ ਜ਼ਾਹਰ ਹੈ ਨਾ ਕੈਪਟਨ ਅਮਰਿੰਦਰ ਸਿੰਘ ਉੱਤੋਂ ਦੀ ਕਿਤੇ ਸੁਣਦੇ ਨੇ, ਆਪਣੀ ਮਰਜ਼ੀ ਨਾਲ ਉਹ ਸਰਕਾਰ ਚਲਾਉਂਦੇ ਨੇ। ਮੇਰੇ ਲੈਵਲ ਤੋਂ ਉਤਲੀਆਂ ਗੱਲਾਂ ਨੇ। ਨਾ ਮੈਂ ਕਦੀ ਦਿੱਲੀ ਗਿਆ, ਤੇ ਨਾ ਮੈਂ ਪ੍ਰਿੰਕਾ ਗਾਂਧੀ ਨੂੰ ਮਿਲਿਆ, ਨਾ ਰਾਹੁਲ ਗਾਂਧੀ ਨੂੰ ਮਿਲਿਆ ਜ਼ਿੰਦਗੀ ਦੇ ਵਿੱਚ। ਪਰ ਦੇਖੋ, ਬਿਜਲੀ ਦੇ ਉੱਤੇ ਠੀਕ ਹੈ, ਮੈਂ ਇਹਨਾਂ ਨੂੰ ਇੱਕ ਰਾਏ ਦਿੱਤੀ ਸੀ ਕਿ ਤੁਸੀਂ ਬਿਜਲੀ ਦੇ ਬਿੱਲ ਐਵਰੇਜ ਦੇ ਨਾਲ ਲਾ ਕੇ ਭੇਜ ਦਿੱਤੇ ਨੇ। ਜੇ ਮੇਰੇ ਘਰ ਦਾ ਬਿੱਲ ਆਉਂਦਾ, ਤੁਸੀਂ ਐਵਰੇਜ ਨਾਲ ਨਾ ਲਾਓ, ਮੈਨੂੰ 2-4-5% ਵਧਾ ਕੇ ਲਾ ਦਿਓ, ਕੋਈ ਦਿੱਕਤ ਨਹੀਂ ਹੈਗੀ। ਕਾਰਨ ਹੈ ਕਿ ਬੱਚੇ ਵਿਹਲੇ ਨੇ, ਘਰ 'ਚ TV ਸਾਰਾ ਦਿਨ ਚੱਲਣਗੇ, ਕੰਪਿਊਟਰ ਸਾਰਾ ਦਿਨ ਚੱਲਣਗੇ। ਪਰ ਜਿਨ੍ਹਾਂ ਲੋਕਾਂ ਦਾ ਕਾਰੋਬਾਰ ਸੀ, ਜਿਹੜੀਆਂ ਕਮਰਸ਼ੀਅਲ ਬਿਲਡਿੰਗ ਸੀ, ਜਿਹੜੀਆਂ ਬੰਦ ਨੇ 2-2 ਮਹੀਨੇ ਤੋਂ, ਉਹਨਾਂ ਨੂੰ ਤੁਸੀਂ ਜਿਹੜੇ ਐਵਰੇਜ ਨਾਲ ਬਿੱਲ ਲਾ ਕੇ ਭੇਜ ਦਿੱਤੇ 50-50 ਹਜ਼ਾਰ ਦੇ। ਇਹ ਕਿੱਥੋਂ ਦਾ ਨਿਆਂ ਹੈ? ਕਿਤੇ ਵੀ ਕਿਸੇ ਮਸਲੇ ਤੇ ਅੱਜ ਮੈਂ ਬੋਲਣਾ ਚਾਹੁੰਦਾ ਸੀ, ਹੁਣ ਮੈਂ ਕੱਲ ਜਾਂ ਪਰਸੋਂ ਦੇ ਉੱਤੇ ਬੋਲੂੰਗਾ ਕਿ ਸਕੂਲ ਸਾਰੇ ਬੰਦ ਪਏ ਨੇ, ਸਕੂਲਾਂ ਵਾਲੇ ਫੀਸਾਂ ਮੰਗ ਰਹੇ ਹੋ, ਆਪਣੇ ਖਰਚੇ ਗਿਣਾ ਰਹੇ ਨੇ, ਤੁਸੀਂ ਉਹਨਾਂ ਤੱਕ ਦੇ ਬਿਜਲੀ ਦੇ ਬਿੱਲ ਮਾਫ ਨਹੀਂ ਕੀਤੇ। ਲੋਕੀ ਰੁਲ ਰਹੇ ਨੇ, ਪਲੈਨਿੰਗ ਕੁਛ ਨਹੀਂ ਹੈਗੀ, ਕੁਛ ਨਹੀਂ ਚੱਲ ਰਿਹਾ। ਕਰੋਨਾ ਦੇ ਨਾਂ ਦੇ ਉੱਤੇ ਹਊਆ ਬਣਾਇਆ ਜਾ ਰਿਹਾ। ਕਰੋਨਾ ਦੇ ਨਾਂ ਦੇ ਉੱਤੇ ਤੁਸੀਂ ਦੇਖੋ ਪਿੱਛੇ ਜੇ ਸ਼ਰਧਾਲੂਆਂ ਨੂੰ ਕਿੰਨਾ ਮਤਲਬ ਕੀਤਾ ਗਿਆ ਕਿ ਇੰਨੇ ਸ਼ਰਧਾਲੂ ਆ ਗਏ। ਕਿਹੜੀ ਕੈਪਟਨ ਅਮਰਿੰਦਰ ਸਿੰਘ ਜੜੀ ਬੂਟੀ ਲੱਭ ਲਿਆਏ ਨੇ ਯਾਰ? ਮੈਨੂੰ ਦੱਸੋ ਕਿ ਜਿਹੜੇ ਸ਼ਰਧਾਲੂ 200-400 ਇੱਕ ਦਿਨ ਦੇ ਵਿੱਚ ਠੀਕ ਹੋ ਗਿਆ। ਮੈਂ ਉਦੋਂ ਵੀ ਕਿਹਾ ਸੀ, ਮੈਂ ਕਿਹਾ ਤੁਹਾਡੀ ਸਾਜ਼ਿਸ਼ ਹੈ। ਕਾਰਨ ਕੀ ਹੈ? ਪੰਜਾਬ ਦੇ ਵਿੱਚ ਡੈਥ ਰੇਸ਼ੋ ਬਹੁਤ ਜ਼ਿਆਦਾ ਸੀਗੀ, ਉਹਨੂੰ ਕੰਟਰੋਲ ਕਰਨ ਲਈ ਪਹਿਲਾਂ ਇੰਨੇ ਜ਼ਿਆਦਾ ਵਿਖਾ ਦਿੱਤੇ, ਫਿਰ ਠੀਕ ਕਰ ਦਿੱਤੇ। ਮੈਂ ਤੇ ਕਹਿੰਦਾ ਜੇ ਕੈਪਟਨ ਅਮਰਿੰਦਰ ਸਿੰਘ ਕੋਲ ਕੋਈ ਦਵਾਈ ਹੈਗੀ ਹੈ, ਤੇ ਹਿੰਦੁਸਤਾਨ ਸਾਡਾ ਸਾਰਿਆਂ ਦਾ ਸਾਂਝਾ ਹੈ, ਭਾਰਤ। ਇੱਥੋਂ ਦੇ ਸਾਰੇ ਜਿਹੜੇ ਮਰੀਜ਼ ਨੇ ਲਿਆ ਕੇ ਕੈਪਟਨ ਅਮਰਿੰਦਰ ਸਿੰਘ ਹੋਣਾ ਦੇ ਹਵਾਲੇ ਕਰ ਦਿਓ, ਉਹਨਾਂ ਨੂੰ ਦਵਾਈ ਖਵਾਉਣ ਜਿਹੜੀ ਇਹਨਾਂ ਕੋਲ ਹੈਗੀ ਹੈ ਠੀਕ ਕਰਨ ਵਾਲੀ। ਮਤਲਬ ਕਿਤੇ ਵੀ ਪਲੈਨਿੰਗ ਨਾਲ ਕੋਈ ਕੰਮ ਨਹੀਂ ਹੋ ਰਿਹਾ, ਸਿਰਫ ਆਪੋ ਆਪਣੇ ਪਰਦੇ ਢੱਕਣ ਲਈ, ਆਪਣੀਆਂ ਗੱਲਾਂ ਦੇ ਉੱਤੇ ਪਰਦੇ ਪਾਉਣ ਲਈ ਕੰਮ ਕੀਤਾ ਜਾ ਰਿਹਾ। ਇਹ ਸਾਡੀ ਬਦਕਿਸਮਤੀ ਹੈ ਪੰਜਾਬ ਦੀ। ਬਿਲਕੁਲ ਬਦਕਿਸਮਤੀ ਹੈ। ਜਦੋਂ ਉੱਥੇ ਬਲਦੇਵ ਸਿੰਘ ਵਰਗੇ ਮਿਨਿਸਟਰ, ਜਿਨ੍ਹਾਂ ਨੂੰ ਬਾਹਰ ਨਿਕਲਣਾ ਚਾਹੀਦਾ ਸੀ ਸਿਹਤ ਵਿਭਾਗ ਵਾਲੇ ਨੂੰ, ਉਹ ਆਪਣੇ ਘਰ ਤਾਲੇ ਮਾਰ ਕੇ ਖਲੋ ਜਾਣ, ਉਹ ਬਾਅਦ ਚੋਂ ਲੋਕਾਂ ਦੇ ਵਿੱਚ ਕਿੱਦਾਂ ਜਾਣਗੇ? ਦੇਖੋ, ਇਹ ਇਸ ਤੋਂ ਵੱਡੀ ਕੀ ਬਦਕਿਸਮਤੀ ਹੋ ਸਕਦੀ ਹੈ ਕਿ ਇੱਕ ਹੈਲਥ ਮਿਨਿਸਟਰ, ਜਿਹਦਾ ਫਰਜ਼ ਸੀਗਾ ਸਾਰੇ ਹਸਪਤਾਲਾਂ ਦੇ ਜਾਇਜ਼ੇ ਲੈਂਦਾ, ਔਰ ਉਹਨੇ ਆਪਣੇ ਸਭ ਤੋਂ ਪਹਿਲਾਂ ਘਰ ਦੇ ਬਾਹਰ ਟੇਪ ਲਾ ਦਿੱਤੀ ਕਿ ਮੈਨੂੰ ਕੋਈ ਮਿਲਣਾ ਆਵੇ, ਮਤਲਬ ਉੱਥੇ ਪੱਟੀ ਲਾ ਦਿੱਤੀ। ਇਹ ਸਾਡੇ ਵਾਲੀ ਵਾਰਸ ਨੇ ਯਾਰ। ਮੈਂ ਤੇ ਕਹਿੰਦਾ ਕਿ ਜਦੋਂ ਕੋਈ ਇਲੈਕਸ਼ਨ ਹੁੰਦੀ ਹੈ ਕਾਉਂਸਲਰ ਲੈਵਲ ਤੱਕ ਦੀ, ਤੁਸੀਂ ਵੱਡੇ ਸਾਰੀਆਂ ਡੀਂਗਾ ਮਾਰਦੇ ਹੋ, ਤੁਹਾਡੇ ਨਾਲ ਜੀਆਂਗੇ, ਤੁਹਾਡੇ ਨਾਲ ਮਰਾਂਗੇ, ਤੇ ਜੇ ਲੋਕ ਮਰ ਰਹੇ ਨੇ ਤੇ ਆਓ ਯਾਰ ਮਰੀਏ ਨਾ ਇਹਨਾਂ ਨਾਲ। ਮਤਲਬ ਇਹੋ ਜਿਹੇ ਆਗੂ ਅਸੀਂ ਚੁਣੇ ਹੋਏ ਨੇ। ਮੈਂ ਤੁਹਾਡੇ ਚੈਨਲ ਰਾਹੀਂ ਵੀ ਇਹ ਸੁਨੇਹਾ ਦੇਣਾ ਚਾਹੁੰਦਾ ਕਿ ਲੀਡਰ ਬਣਨਾ ਕੋਈ ਔਖਾ ਨਹੀਂ ਹੈਗਾ। ਨੌਜਵਾਨ ਕਿਉਂ ਨਹੀਂ ਇਹਦੇ ਵਿੱਚ ਰੁਚੀ ਰੱਖਦੇ? ਜਿੰਨਾ ਚਿਰ ਆਮ ਪਬਲਿਕ ਦੇ ਵਿੱਚੋਂ ਲੋਕ ਪੋਲੀਟੀਸ਼ੀਅਨ ਨਹੀਂ ਬਣਨਗੇ, ਉਨੀ ਦੇਰ ਸੂਬੇ ਦਾ ਸੁਧਾਰ ਨਹੀਂ ਹੋ ਸਕਦਾ। ਲੋਕਾਂ ਦੀਆਂ ਮੰਗਾਂ ਚੁੱਕੋ। ਇੱਕ ਸਰਕਾਰੀ ਨੌਕਰੀ ਲੈਣੀ ਹੋਵੇ ਨਾ PN ਦੀ, ਤੇ 4 ਤੁਹਾਡੇ ਟੈਸਟ ਹੁੰਦੇ ਨੇ, ਫਿਜ਼ੀਕਲੀ, ਮੈਂਟਲੀ, ਐਜੂਕੇਸ਼ਨ, ਹਰ ਤਰ੍ਹਾਂ ਦੇ ਟੈਸਟ ਦੇ ਕੇ, ਇੰਟਰਵਿਊ ਦੇ ਕੇ ਤੁਸੀਂ ਸਰਕਾਰੀ ਨੌਕਰੀ ਲੈਂਦੇ ਹੋ। ਸਿਆਸਤ ਦੇ ਵਿੱਚ ਤੇ ਇੰਟਰਵਿਊ ਕੋਈ ਨਹੀਂ ਹੈਗੀ, ਪਤਾ ਨਹੀਂ ਕਿਸੇ ਨੇ ਕੱਲ ਨੂੰ ਨਹੀਂ ਮਰ ਜਾਣਾ, ਉਹਨੂੰ ਕਦੀ ਕਿਸੇ ਦੀ ਉਮਰ ਦਾ ਅੰਦਾਜ਼ਾ ਲਾਇਆ ਗਿਆ, ਕਦੀ ਕਿਸੇ ਦਾ ਮੈਡੀਕਲ ਕੀਤਾ ਗਿਆ,
ਲੋਕਾਂ ਦੇ ਮੁੱਦੇ ਚੁੱਕੋ, ਲੋਕਾਂ ਦੀ ਆਵਾਜ਼ ਚੁੱਕੋ, ਲੋਕ ਤੁਹਾਨੂੰ ਹੱਥਾਂ ਤੇ ਚੁੱਕਣਗੇ। ਮੈਂ ਨੌਜਵਾਨਾਂ ਨੂੰ ਸੱਦਾ ਦਿੰਦਾ ਕਿ ਇਹਨਾਂ ਲੋਕਾਂ ਦੇ ਆਸਰੇ ਰਹਿਣ ਨਾਲੋਂ ਆਪ ਆ ਕੇ ਇਹਨਾਂ ਲੋਕਾਂ ਦਾ, ਪੰਜਾਬ ਦਾ ਆਸਰਾ ਬਣੋ। ਨਹੀਂ ਤੇ ਕੋਈ ਹਾਲਾਤ ਕੁਛ ਨਹੀਂ ਹੈਗੇ। ਜਿੰਨੀ ਮਰਜ਼ੀ ਆਪਾਂ ਚਰਚਾ ਕਰੀ ਜਾਈਏ, ਜਿੰਨੀ ਮਰਜ਼ੀ ਬਹਿਸ ਕਰੀ ਜਾਈਏ, ਅੱਜ ਦੀਆਂ ਬਹਿਸਾਂ ਨਹੀਂ ਚੱਲਣ ਡੀਆਂ, ਬਹੁਤ ਪੁਰਾਣੀਆਂ ਚੱਲਦੀਆਂ ਨੇ, ਪਰ ਇਹ ਬਹੁਤ ਪ੍ਰੋਫੈਸ਼ਨਲ ਲੋਕ ਨੇ। ਜਦੋਂ ਅਖੀਰ ਇਲੈਕਸ਼ਨ ਆਉਂਦੀ ਹੈ, ਸਾਨੂੰ ਲੋਕਾਂ ਨੂੰ ਘੁਮਾ ਦਿੰਦੇ ਨੇ, ਆਹ ਲਾਲਚ ਦੇ ਕੇ, ਗਰੀਬ ਲੋਕ ਆ ਅਸੀਂ, ਮਗਰ ਇਹਨਾਂ ਤੇ ਲੱਗ ਜਾਂਦੇ ਆ। ਅਖੀਰ ਨੌਜਵਾਨਾਂ ਨੂੰ ਅੱਗੇ ਆਉਣਾ ਪਊਗਾ। ਤੁਹਾਡੇ ਚੈਨਲਾਂ ਰਾਹੀਂ, ਮੈਂ ਮੀਡੀਆ ਚੈਨਲਾਂ ਨੂੰ ਕਹਿੰਦਾ, ਲੋਕਾਂ ਨੂੰ ਜਾਗਰੂਕ ਕਰੋ, ਸਿਆਸਤ 'ਚ ਆਉਣ ਲਈ ਜਾਗਰੂਕ ਕਰੋ, ਨਹੀਂ ਤੇ ਪ੍ਰੋਫੈਸ਼ਨਲ ਲੋਕਾਂ ਨੇ ਕੁਛ ਨਹੀਂ ਛੱਡਿਆ ਪੰਜਾਬ ਦਾ। ਤੁਹਾਡੇ ਵੱਲੋਂ ਬਹੁਤ ਸਾਰੇ ਜਿਹੜੇ ਇਲਜ਼ਾਮ ਹੈਗੇ ਨੇ ਨਵਜੋਤ ਸਿੰਘ ਸਿੱਧੂ ਤੇ ਲੱਗਦੇ ਨੇ ਜੀ। ਤੁਸੀਂ ਇਲਜ਼ਾਮ ਲਾਉਂਦੇ ਹੋ ਸਿੱਧੂ ਦੇ ਕਿ ਸਿੱਧੂ ਦੇ ਘਰ ਦੇ ਵਿੱਚ ਵੀ ਨਸ਼ਾ ਚੱਲਦਾ, ਜੀ ਇਹਦੇ 'ਚ ਕੀ ਸੱਚਾਈ ਹੈਗੀ? ਦੇਖੋ, ਅੱਜ ਤੋਂ 2 ਮਹੀਨੇ ਪਹਿਲਾਂ ਸਿੱਧੂ ਸਾਹਿਬ, ਅੱਜ ਤੁਸੀਂ ਦੇਖੋ ਮੇਰੀ ਫੋਟੋ ਕਿਸੇ ਸਮਗਲਰ ਨਾਲ ਆ ਜਾਊਗੀ, ਕੋਈ ਬੰਦਾ ਫੜਿਆ ਜਾਊ ਤੇ ਕਿੰਨਾ ਹੱਲਾ ਮੱਚਦਾ। ਸਿੱਧੂ ਸਾਹਿਬ ਦੇ ਕਾਉਂਸਲਰ ਕੋਲੋਂ ਸਮੈਕ ਫੜੀ ਜਾਂਦੀ, ਉਹਦੇ ਬੱਚੇ ਕੋਲੋਂ ਕਿਸੇ ਨੇ ਆਵਾਜ਼ ਚੁੱਕੀ। ਪਰਸੋਂ ਉਹਨਾਂ ਦੇ ਲੰਗਰ ਬਣਦੇ, ਉਹਨਾਂ ਦੇ ਸਟਿੱਕਰ ਲਾ ਕੇ ਲੋਕ ਸ਼ਰਾਬ ਵੇਚ ਰਹੇ ਸੀ, ਉਹਨਾਂ ਕੋਲ ਸ਼ਰਾਬ ਫੜੀ ਗਈ। ਪਰਸੋਂ ਪਰਚਾ ਦਰਜ ਹੋਇਆ ਔਰ ਉਹਦੇ ਵਿੱਚੋਂ ਮਿਟਾ ਦਿੱਤਾ ਗਿਆ ਕਿ ਸਿੱਧੂ ਸਾਹਿਬ ਦੇ ਸਟਿੱਕਰ ਲਾ ਦਿੱਤੇ ਗਏ। ਮੈਂ ਉਹਨਾਂ ਨੂੰ ਕਿਹਾ ਸੀਗਾ ਕਿ ਸਿੱਧੂ ਸਾਹਿਬ, ਮੈਨੂੰ ਤੁਹਾਡੇ ਨਾਲ ਕੋਈ ਦਿੱਕਤ ਨਹੀਂ, ਜਾਂ ਤੇ ਤੁਸੀਂ ਇੱਕ ਲਾਈਨ ਬੋਲ ਦਿਓ ਕਿ ਜਿੱਦਾਂ ਪੰਜਾਬ ਦੇ ਬਾਕੀ ਪੋਲੀਟੀਸ਼ੀਅਨ ਉਦਾਂ ਦਾ ਮੈਂ, ਤੇ ਮੇਰੀ ਤੁਹਾਡੇ ਨਾਲ ਲੜਾਈ ਖਤਮ ਹੋ ਜਾਂਦੀ ਆ। ਤੇ ਜੇ ਤੁਸੀਂ ਬਹੁਤੇ ਮਹਾਨ ਬਣ ਕੇ ਵਿਖਾਉਂਦੇ ਹੋ, ਫਿਰ ਮਹਾਨ ਬਣੋ। ਤੁਹਾਡੀ ਕੋਠੀ 'ਚ ਕਿੰਨਾ ਨਸ਼ਾ, ਜੇ ਤੁਸੀਂ ਆਪਣੇ ਮਤਲਬ ਹੈਗੇ ਹੋ ਸੱਚਾਈ, ਤੇ ਮੈਂ ਉਹਨੂੰ ਕੋਈ ਲਫ਼ਜ਼ ਨਹੀਂ ਵਰਤਣੇ ਚਾਹੁੰਦਾ ਇਹੋ ਜਿਹੇ। ਜੇ ਤੁਸੀਂ ਸੱਚ ਤੇ ਪਹਿਰਾ ਦੇਣ ਵਾਲੇ ਹੋ ਤੇ ਆਪਣੀ ਸਾਰੀ ਕੋਠੀ ਦਾ ਡੋਪ ਟੈਸਟ ਕਰਾ ਲਓ, ਵਾਡਾ ਟੈਸਟ ਕਰਾ ਲਓ। ਜੇ ਉਹਦੇ ਵਿੱਚ ਨਸ਼ੇੜੀ ਨਾ ਨਿਕਲਣ, ਤੁਹਾਨੂੰ ਪਤਾ ਹੋਵੇ ਉਹ ਨਸ਼ਾ ਨਹੀਂ ਕਰਦੇ, ਤੇ ਜਾਓ, ਮੈਂ ਤੁਹਾਡੇ ਕੋਲ ਆ ਕੇ ਮਾਫੀ ਮੰਗਣ ਨੂੰ ਤਿਆਰ ਆ। ਗੱਲਾਂ ਕਰਦੇ ਹੋ ਤੁਸੀਂ ਕਰਪਸ਼ਨ ਤੇ ਲੜਨ ਦੀਆਂ। ਇਹਨਾਂ ਦੀ ਵਾਈਫ ਦੀ ਇੱਕ ਮੇਰੇ ਕੋਲ ਟੇਪ ਹੈ। ਮੈਂ ਕਹਿੰਦਾ ਕਿ ਸਿੱਧੂ ਸਾਹਿਬ, ਮੈਂ ਨਹੀਂ ਮੀਡੀਆ ਜਾਂਦਾ, ਜੇ ਤੁਸੀਂ, ਤੁਹਾਡਾ ਬੜਾ ਵੱਡਾ ਕੱਦ ਹੈ, ਤੁਹਾਨੂੰ ਲੱਗਦਾ ਹੈ ਕਿ ਮੈਂ ਮਤਲਬ ਇਹ ਮੇਰਾ ਕੋਈ ਲੈਵਲ ਨਹੀਂ ਹੈਗਾ ਜਵਾਬ ਦੇਣ ਦਾ, ਲਓ ਅਗਲਾ ਮਹੀਨਾ ਜੂਨ ਦਾ, ਮੈਂ 2 ਘੰਟੇ ਇਸ ਬੰਦੇ ਦੇ ਘਰ ਬਾਹਰ ਬਹਿ ਕੇ ਵੇਟ ਕਰਨ ਨੂੰ ਤਿਆਰ ਹਾਂ ਗਰਮੀ ਦੇ ਵਿੱਚ। ਇਹ ਮੈਨੂੰ 2 ਘੰਟੇ ਬਾਹਰ ਖਿਲਾਰ ਕੇ ਫਿਰ ਅੰਦਰ ਟਾਈਮ ਸੱਦੇ, ਮੈਨੂੰ 15-16 ਫਾਈਲਾਂ ਦੇਵਾਂ ਕਿ ਜਿਹਦੇ ਵਿੱਚ ਸਿੱਧੀ ਕਰਪਸ਼ਨ ਸਾਰ ਨਵਜੋਤ ਸਿੰਘ ਸਿੱਧੂ ਦੇ ਮਹਿਕਮੇ ਵੱਲੋਂ, ਸਾਰ ਨਵਜੋਤ ਸਿੰਘ ਸਿੱਧੂ ਵੱਲੋਂ ਕੀਤੀ ਗਈ ਹੈ। ਤੇ ਜੇ ਮੈਂ ਝੂਠਾ ਹੋਊਂਗਾ, ਉੱਥੇ ਲਾਈਵ ਹੋ ਕੇ ਮੈਂ ਮਾਫੀ ਮੰਗੂਗਾ। ਹਵਾਈ ਗੱਲਾਂ ਕਿਉਂ ਕਰਦੇ ਹੋ? ਤੁਹਾਡੇ ਸਾਹਮਣੇ ਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ ਸਾਲ ਮਈ-ਜੂਨ ਦੇ ਵਿੱਚ ਇਹਦੀ ਬੇਇੱਜ਼ਤੀ ਕਰਕੇ ਇਹਨੂੰ ਲਾਇਆ। ਤੇ ਕੀ ਗੱਲ, ਸਿੱਧੂ ਸਾਹਿਬ ਨੂੰ ਕਾਹਦਾ ਡਰ ਸਤਾਉਂਦਾ ਹੈ ਕਿ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਬੋਲਦੇ ਨਹੀਂ? ਅੱਜ ਸਰਕਾਰ ਦੀਆਂ ਪੋਲਾਂ ਨਹੀਂ ਖੋਲਦੇ? ਕੀ ਸਰਕਾਰ ਬਹੁਤ ਮਤਲਬ ਵਧੀਆ ਤਰੀਕੇ ਨਾਲ ਚੱਲ ਰਹੀ ਹੈ? ਕਾਹਦਾ ਡਰ ਹੈਗਾ? ਤੁਸੀਂ ਜਨਤਕ ਵੀ ਕਰਦੇ ਹੋ ਵੀ ਕਾਹਦਾ ਡਰ ਹੈਗਾ? ਤੁਸੀਂ ਦੇਖੋ, ਜਦੋਂ 2-3 ਮਹੀਨੇ ਪਹਿਲਾਂ ਵਿਜੀਲੈਂਸ ਇਨਕੁਆਇਰੀ ਚੱਲੀ ਸੀ, ਉਹ ਵਿਜੀਲੈਂਸ ਇਨਕੁਆਇਰੀ ਕਿੱਥੇ ਖਤਮ ਹੋ ਗਈ? ਕਿਤੇ ਨਾ ਕਿਤੇ ਤੇ ਸਮਝੌਤੇ ਕੀਤੇ ਗਏ ਨੇ ਨਾ। ਮੈਂ ਕਹਿੰਦਾ, ਮੈਨੂੰ ਕੋਈ ਮੀਡੀਓਕਰ, ਕੋਈ ਇਹਨਾਂ ਦਾ ਸਾਂਝਾ ਬੰਦਾ ਮੈਨੂੰ ਆਵੇ, ਮੈਨੂੰ ਕਵੇ ਵੀ ਤੈਨੂੰ ਆ ਲੈ ਕੇ ਜਾਣਾ, ਉਹਦਾ ਕੱਦ ਨਹੀਂ ਹੈਗਾ ਤੇਰੇ ਕੋਲ ਆਉਣ ਦਾ ਮੇਰੇ ਸਵਾਲਾਂ ਦੇ ਜਵਾਬ ਦੇਣ। ਮੈਂ ਫਿਰ ਇੱਕ ਇਹਨਾਂ ਨੂੰ ਮੌਕਾ ਦਿੱਤਾ। ਮੈਂ ਕਿਹਾ, ਸਿੱਧੂ ਸਾਹਿਬ, ਤੁਹਾਡੇ ਪੁਰਾਣੇ ਕੀਤੇ ਗੁਨਾਹ ਮਾਫ। ਹਰ ਬੰਦੇ ਦੀ ਜ਼ਿੰਦਗੀ 'ਚ ਗਲਤੀਆਂ ਹੁੰਦੀਆਂ ਨੇ, ਤੁਹਾਡੇ ਕੀਤੇ ਮਾਫ। 2 ਸਾਲ ਪਏ ਨੇ ਪੰਜਾਬ ਦੀ ਲੜਾਈ ਲਈ, ਆਓ ਲੱਗੋ ਮੈਦਾਨ ਦੇ ਵਿੱਚ, ਕੱਢੋ ਸਰਕਾਰ ਦੀਆਂ ਕਤਾਈਆਂ, ਬਣਾਓ ਨਵਾਂ ਫਰੰਟ। ਮੈਂ ਬਿਨਾਂ ਟਿਕਟ ਤੋਂ, ਬਿਨਾਂ ਲਾਲਚ ਤੋਂ ਤੁਹਾਡੇ ਨਾਲ ਕੰਮ ਵੀ ਕਰਾਂਗੇ, ਪਰ ਪੰਜਾਬ ਲਈ ਸਿੰਸੀਅਰ ਤੇ ਹੋ। ਤੁਸੀਂ ਕੰਮ ਹੀ ਨਹੀਂ ਕਰਨਾ ਚਾਹੁੰਦੇ। ਠੀਕ ਹੈ, ਇੱਕ ਗੱਲ ਹੈ, ਤੁਹਾਡਾ ਚਿਹਰਾ ਬਹੁਤ ਵੱਡਾ ਹੈ, ਤੁਹਾਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ। ਸੈਲੀਬ੍ਰਿਟੀ ਹੋ ਤੁਸੀਂ, ਮੌਕੇ ਦੇ ਮੌਕੇ ਨਿਕਲਦੇ ਔਰ ਲੋਕਾਂ ਨੂੰ ਗੁੰਮਰਾਹ ਕਰਕੇ ਵੋਟਾਂ ਲੈ ਕੇ। ਅੱਜ ਜ਼ਮੀਨ ਤੇ ਕਿਉਂ ਨਹੀਂ ਆ ਰਹੇ? ਅੱਜ ਰਾਸ਼ਨ ਪੂਰਾ ਹੋ ਗਿਆ, 1.5 ਕਰੋੜ ਰੁਪਈਆ ਆਪਣੇ ਮੂੰਹੋਂ ਮੰਨੇ। ਪਹਿਲਾਂ ਤੇ ਮੰਨਦੇ ਨਹੀਂ ਸੀ। ਮੈਂ ਇਹਨਾਂ ਨੂੰ ਕਿਹਾ ਸਰਕਾਰੀ ਰਾਸ਼ਨ ਇੰਨਾ ਆਇਆ, ਬਾਕੀ ਪੈਸੇ ਆ ਫਲਾਣਾ ਬੰਦਾ ਤੁਹਾਨੂੰ ਦੇ ਕੇ ਗਿਆ। ਫਿਰ ਤੁਸੀਂ 3 ਬੰਦਿਆਂ ਦੇ ਨਾਂ ਲਏ ਔਰ ਕਿਹਾ ਮੈਨੂੰ 1.5 ਕਰੋੜ ਰੁਪਈਆ ਰਾਸ਼ਨ ਲਈ ਆਇਆ। ਤੇ 1.5 ਕਰੋੜ ਦਾ ਰਾਸ਼ਨ ਈਸਟ ਹਲਕੇ 'ਚ ਵੰਡਿਆ ਹੁੰਦਾ ਨਾ, ਤੇ 6 ਮਹੀਨੇ ਲੋਕ ਭੁੱਖੇ ਨਹੀਂ ਸੀ ਰਹਿ ਸਕਦੇ। ਮੇਰਾ ਸਿੱਧੂ ਸਾਹਿਬ ਨੂੰ ਵੀ ਚੈਲੰਜ ਹੈ ਕਿ ਸਿੱਧੂ ਸਾਹਿਬ, ਆਓ 100-200 ਬੰਦੇ ਦੀ ਟੀਮ ਲੈ ਕੇ ਚੱਲਦੇ ਆ, ਹੈੱਡ ਲਾ ਦਿਓ ਆਪਣਾ। ਆਓ ਕੱਲੇ ਈਸਟ ਹਲਕੇ, ਜਿਹੜਾ ਤੁਹਾਡੀ ਕੌਂਸਟੀਚੁਐਂਸੀ ਹੈ, 25,000 ਘਰ ਹੈ, ਉੱਥੇ ਕੱਲੇ ਘਰ ਦੀ ਕੁੰਡੀ ਖੜਕਾ ਕੇ ਪੁੱਛ ਲੈਨੇ ਤੁਹਾਨੂੰ ਸਿੱਧੂ ਸਾਹਿਬ ਨੇ ਰਾਸ਼ਨ ਘੱਲਿਆ। ਜੇ 10% ਵੀ ਨਿਕਲ ਆਉਣਗੇ ਤੇ ਮੈਂ ਸਿੱਧੂ ਸਾਹਿਬ ਦਾ ਗੁਨਾਹਗਾਰ ਹੋਊਂਗਾ। ਜ਼ਮੀਨ ਤੇ ਕੰਮ ਕਿਉਂ ਨਹੀਂ ਕਰਦੇ? ਮੈਨੂੰ ਦਿੱਕਤ ਹੀ ਉਹਨਾਂ ਨਾਲ ਇਹ ਹੈ। ਤੁਸੀਂ ਸਿੱਧੂ ਸਾਹਿਬ ਦੀ ਮਿਸਿਸ ਸਿੱਧੂ ਤੇ ਵੀ ਇਲਜ਼ਾਮ ਲਾਉਂਦੇ ਹੋ ਕਿ ਜਿਹੜਾ ਕੈਸ਼ ਹੁੰਦਾ ਉਹ ਮੈਡਮ ਸਾਹਿਬ ਘਰੇ ਰੱਖ ਲੈਂਦੇ ਨੇ ਜੀ। ਇਹ ਕਿਸ ਤਰੀਕੇ ਨਾਲ? ਇਹ ਤੁਹਾਡੇ ਕੋਲ ਪ੍ਰੂਫ ਹੈਗਾ? ਤੁਸੀਂ ਪ੍ਰੂਫ ਦੇ ਨਾਲ ਲਾਉਂਦੇ ਹੋ? ਮੇਰੀ ਇੱਕ ਗੱਲ ਸੁਣੋ, ਮੇਰੇ ਕੋਲ ਕੋਈ ਚੀਜ਼ ਵੀ ਬਿਨਾਂ ਪ੍ਰੂਫ ਤੋਂ ਹੋਵੇ, ਮੈਂ ਤੁਹਾਡੇ ਚੈਨਲ ਰਾਹੀਂ, ਮੈਂ ਪ੍ਰਮਾਤਮਾ ਨੂੰ ਹਾਜ਼ਰ ਜਾਣ ਕੇ ਕਹਿਣਾ ਕਿ ਸਿੱਧੂ ਸਾਹਿਬ, ਮੈਂ ਤੁਹਾਡੇ ਕੋਲੋਂ ਮਾਫੀ ਮੰਗੂਗਾ, ਜਨਤਕ ਤੌਰ ਤੇ ਮੰਗੂਗਾ, ਘਰ ਆ ਕੇ ਨਹੀਂ ਮੰਗੂਗਾ। ਮਿਸਿਸ ਸਿੱਧੂ, ਮੈਂ ਤੁਹਾਨੂੰ ਇੱਕ ਘਟਨਾ ਯਾਦ ਕਰਾ ਦਿੰਦਾ। ਸਿੱਧੂ ਸਾਹਿਬ ਲੋਕਲ ਬਾਡੀ ਮਿਨਿਸਟਰ ਬਣਦੇ ਨੇ। ਲੁਧਿਆਣੇ ਇੱਕ ਮਾਲ ਸੀਗਾ, ਮੈਂ ਢਾਹ ਦੇਣਾ, ਇਹ ਬਾਦਲਾਂ ਦਾ ਮਾਲ ਆ, ਇਹ ਉਹ ਕਿੰਨਾ ਅਖਬਾਰਾਂ 'ਚ ਆਉਂਦਾ ਰਿਹਾ, ਕਿੰਨਾ ਕੁਝ ਆਉਂਦਾ ਰਿਹਾ। 2-3 ਜ਼ਿਲ੍ਹਿਆਂ ਦੀ ਪੁਲਿਸ ਲਾਈ ਗਈ ਉੱਥੇ, 2-3 ਕਾਰਪੋਰੇਸ਼ਨਾਂ ਇਕੱਠੀਆਂ ਕੀਤੀਆਂ ਗਈਆਂ, ਇਹਨਾਂ ਆਪਣੇ ਅਫਸਰ ਤੱਕ ਇਕੱਠੇ ਕੀਤੇ। ਤੇ ਮੈਡਮ ਜੀ ਉਹ ਮਾਲ ਵਾਲੇ ਨੂੰ ਕੀ ਕਹਿੰਦੇ ਨੇ, ਮੇਰੇ ਕੋਲ ਟੇਪ ਹੈ, ਸੁਣ ਲੈਣ ਸਿੱਧੂ ਸਾਹਿਬ, ਕਿ ਉਹਦੇ ਵਿੱਚ ਉਹ ਕਹਿੰਦੇ ਨੇ, ਹਾਂ ਮੈਂ ਸ਼ਹਿਰੀ ਨੂੰ ਕਹਿਤਾ ਤੇਰੀ 1 ਇੰਚ ਜਗ੍ਹਾ ਨਹੀਂ ਟੁੱਟਣੀ। ਉਹ ਕਹਿੰਦਾ ਜੀ ਕਿੰਨੇ ਪੈਸੇ ਭੇਜਾਂ ਮੈਡਮ ਐਡਵਾਂਸ? ਫਿਰ ਕਰੋੜ ਭੇਜਾਂ ਕਿ 50 ਲੱਖ ਰੁਪਈਆ? ਉਹ ਕਹਿੰਦੀ ਜੀ ਪੂਰੇ ਭੇਜ ਦਿਓ, ਮੈਂ ਬੇਟੀ ਨੂੰ ਫਲੈਟ ਲੈ ਕੇ ਦੇਣਾ। ਇਹਨਾਂ ਚੀਜ਼ਾਂ ਦਾ ਸਾਹਮਣਾ ਕਰਨ ਮੇਰੇ ਨਾਲ ਸਿੱਧੂ ਸਾਹਿਬ, ਮੈਨੂੰ ਦੱਸਣ ਕਿ ਫਿਰ ਇਹ ਕਹਿ ਦਿੰਦੇ ਨੇ। ਮੈਂ ਸਵਾਲ ਦਾ ਜਵਾਬ ਦੇਣ ਲੱਗਾ ਜੀ,
ਇੱਥੇ ਆਮ ਚਰਚਾ ਇਹ ਛਿੜ ਜਾਂਦੀ ਕਿ ਮੈਡਮ ਕਰਪਟ ਸੀਗੀ, ਸਿੱਧੂ ਨਹੀਂ। ਪਰ ਕੰਮ ਤੇ ਸਿੱਧੂ ਦੇ ਡਿਪਾਰਟਮੈਂਟ 'ਚ ਹੋਇਆ ਨਾ, ਕੰਮ ਤੇ ਸਿੱਧੂ ਦੇ ਡਿਪਾਰਟਮੈਂਟ 'ਚੋਂ ਰੁਕਿਆ ਨਾ। ਕਿਉਂ ਰੋਕੇ ਜਾਂਦੇ ਨੇ? ਕੀ ਗੱਲ ਮੈਡਮ ਇੰਨੇ ਹਾਵੀ ਨੇ ਉਹਨਾਂ ਦੇ ਉੱਤੇ? ਤੁਹਾਨੂੰ ਦੇਖ ਰੇਖ ਵੀ ਨਹੀਂ ਪਤਾ ਲੱਗਦੀ ਕਿ ਤੁਹਾਡੀ ਜ਼ਿੰਮੇਵਾਰੀ ਕੀ ਹੈ ਪੰਜਾਬ ਲਈ, ਤੁਹਾਡੇ ਮਹਿਕਮੇ ਲਈ ਤੁਹਾਡੀ ਕੀ ਜ਼ਿੰਮੇਵਾਰੀ ਆ? ਤੁਹਾਡਾ ਪਰਿਵਾਰ ਹੀ ਮੁੱਖ ਹੈ। ਫਿਰ ਤੁਸੀਂ ਇਹਦੇ ਉੱਤੇ ਐਕਸ਼ਨ ਕਿਉਂ ਨਹੀਂ ਲੈਂਦੇ? ਤੁਹਾਡੇ ਕੋਲ ਟੇਪ ਹੈਗੀ ਆ, ਤੁਹਾਡੇ ਕੋਲ ਪ੍ਰੂਫ ਹੈਗੇ ਨੇ। ਮਤਲਬ ਇਹੋ ਹੀ ਤਾਂ ਇੱਕ ਇਲਜ਼ਾਮ ਤੁਹਾਡੇ ਤੇ ਵੀ ਆਉਂਦਾ ਵਾ, ਜਿਹੜਾ ਕਿ ਇੱਥੋਂ ਆਸਟ੍ਰੇਲੀਆ ਤੋਂ ਜਦੋਂ ਅਸੀਂ ਡਿਕਲੇਅਰ ਕੀਤਾ ਸੀ ਕਿ ਅਸੀਂ ਮੰਨਾ ਜੀ ਹੁਣਾਂ ਨੂੰ ਮਿਲਣ ਜਾਵਾਂਗੇ ਅਗਲੇ 1-2 ਦਿਨਾਂ 'ਚ, ਕੁਝ ਲੋਕਾਂ ਨੇ ਸਵਾਲ ਭੇਜੇ ਸੀ ਵੀ ਇਹ ਉਹਨਾਂ ਨੂੰ ਵੀ ਜ਼ਰੂਰ ਕਰਨਾ। ਉਹ ਸਵਾਲ ਹੁਣ ਤੁਹਾਡੇ ਅੱਗੇ ਇਲਜ਼ਾਮ ਦੇ ਤੌਰ ਤੇ ਮੈਂ ਰੱਖਦਾ ਪਿਆ। ਪੁੱਛੋ ਜੀ। ਉਹਨਾਂ ਦਾ ਇਹ ਇਲਜ਼ਾਮ ਹੈ ਕਿ ਤੁਹਾਡੇ ਕੋਲ ਅਗਰ ਸਬੂਤ ਹੈ, ਤੁਸੀਂ ਹਰ ਜਗ੍ਹਾ ਕਹਿੰਦੇ ਵੀ ਮੇਰੇ ਕੋਲ ਸਬੂਤ ਹੈ ਜੀ, ਸਬੂਤ ਤੁਸੀਂ ਆਪਣੇ ਕੋਲ ਹੀ ਰੱਖ ਲੈਂਦੇ ਹੋ ਕਿ ਤੁਸੀਂ ਇੰਤਜ਼ਾਰ ਕਰਦੇ ਹੋ ਕਿਸੇ ਸਮਝੌਤੇ ਦਾ? ਬਿਲਕੁਲ ਨਹੀਂ ਜੀ। ਫਿਰ ਤੁਸੀਂ ਕਿਉਂ ਨਹੀਂ ਉਹ ਸਬੂਤ ਅੱਗੇ ਲਿਜਾ ਕੇ ਉਹਦੇ ਤੇ ਐਕਸ਼ਨ ਕਿਉਂ ਨਹੀਂ ਲੈਂਦੇ? ਲੋਕਾਂ ਨੂੰ ਦੱਸ ਦਿੰਦੇ ਹੋ ਮੇਰੇ ਕੋਲ ਸਬੂਤ ਹੈ। ਹਾਂਜੀ, ਮੈਂ ਦੱਸ ਰਿਹਾ ਜੀ। ਮੇਰੇ ਸਿਆਸੀ ਜੀਵਨ ਦੇ ਵਿੱਚ ਜਿਹੜਾ ਮੁੱਦਾ ਮੈਂ ਅੱਜ ਤੱਕ ਚੁੱਕਿਆ ਹੋਵੇ, ਕਦੀ ਮੈਂ ਉਸ ਮੁੱਦੇ ਤੋਂ ਬਹਿ ਗਿਆ ਵਾਂ ਤੇ ਫਿਰ ਮੈਂ ਗੁਨਾਹਗਾਰ ਹਾਂ। ਵਿਜੀਲੈਂਸ ਇਨਕੁਆਇਰੀ ਚੱਲੀ, ਉਸ ਤੋਂ ਪਹਿਲਾਂ ਮੈਂ ਕੰਪਲੇਂਟਸ ਕੀਤੀਆਂ ਹੋਈਆਂ ਸੀਐਮ ਨੂੰ, ਕੈਪਟਨ ਅਮਰਿੰਦਰ ਸਿੰਘ ਨੂੰ, ਮੈਂ ਸਾਰਿਆਂ ਨੂੰ, ਗਵਰਨਰ ਤੱਕ ਨੂੰ ਕੰਪਲੇਂਟਸ ਕੀਤੀਆਂ ਹੋਈਆਂ ਕਿ ਆਹ ਘਪਲੇ ਨੇ, ਇੱਥੇ ਚੋਰ ਕੁੱਤੀ ਇੱਕੋ ਨੇ। ਮਤਲਬ ਜੇ ਉਹਨਾਂ ਨੂੰ ਲੋੜ ਹੈ, ਉਹਨਾਂ ਮੰਗ ਲਈਆਂ ਫਾਈਲਾਂ, ਉਸ ਤੋਂ ਬਾਅਦ ਸਿੱਧੂ ਸਾਹਿਬ ਉਹਨਾਂ ਨਾਲ ਬਹਿ ਕੇ ਗੱਲ ਮੁਕਾ ਲੈਂਦੇ ਨੇ। ਮਨਦੀਪ ਸਿੰਘ ਮੰਨੇਕੁਰ ਕਿਹੜੀ ਕੋਰਟ ਜਾਂ ਕਿਹੜੀ ਤਾਕਤ ਹੈ ਜਿਹਦੇ ਵਿੱਚ ਆਪਣੀ ਕੋਰਟ ਸੁਣਾ ਕੇ ਇਹਨਾਂ ਨੂੰ ਸਜ਼ਾ ਸੁਣਾ ਦੇਵੇ? ਅਖਬਾਰਾਂ ਦੇ ਵਿੱਚ ਮੈਂ ਦਿੱਤਾ, ਐਫੀਡੇਵਿਟ ਤੱਕ ਮੈਂ ਦਿੱਤੇ ਹੋਏ ਨੇ। ਜੇ ਮੇਰੇ ਐਫੀਡੇਵਿਟ ਗਲਤ ਨੇ ਤੇ ਮੇਰੇ ਉੱਤੇ ਪਰਚਾ ਦਰਜ ਕਰਾ ਦੇਣ ਸਿੱਧੂ ਸਾਹਿਬ, 420 ਦਾ ਪਰਚਾ ਦਰਜ ਕਰਾ ਦੇਣ। ਏਡਾ ਵੱਡਾ ਚਿਹਰਾ ਨੇ ਉਹਨਾਂ ਨੂੰ, ਤੇ ਸਰਕਾਰ 'ਚ ਰਹਿਣ ਦੀ ਵੀ ਲੋੜ ਨਹੀਂ। ਮੇਰੇ ਕੋਲ ਤਾਕਤ ਕਿਹੜੀ ਹੈ ਜਿਹਦੇ ਨਾਲ ਮੈਂ ਲੋਕਾਂ ਨੂੰ ਇਨਸਾਫ ਦਵਾ ਸਕਾਂ? ਦੂਜੀ ਚੀਜ਼, ਮੇਰਾ ਮੁੱਦਾ ਚੁੱਕਣ ਦਾ ਮਕਸਦ ਇਹ ਹੁੰਦਾ ਕਿ ਮੈਂ ਬੰਦੇ ਦਾ ਜਿਹੜਾ ਡਬਲ ਫੇਸ ਹੈ ਉਹ ਦਿਖਾਵਾਂ। ਉਹਦੇ 'ਚ ਇਕੱਲੇ ਸਿੱਧੂ ਸਾਹਿਬ ਨਹੀਂ, ਕੋਈ ਵੀ ਹੋਵੇ, ਕਿ ਆਹ ਦੇਖੋ ਇਹ ਲੋਕਾਂ ਦੇ ਸਾਹਮਣੇ ਕੁਝ ਕਹਿੰਦੇ ਨੇ, ਕੁਝ ਕਹਿੰਦੇ ਨੇ। ਮੈਨੂੰ ਤਾਕਤ ਦੱਸੋ। ਮੈਂ ਕੰਪਲੇਂਟ 'ਚ ਰਿਟਨ 'ਚ ਕੀਤੀਆਂ ਹੋਈਆਂ 16 ਫਾਈਲਾਂ ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਦਿੱਤੀਆਂ, ਵਿਜੀਲੈਂਸ ਦੇ ਆਫੀਸਰ ਨੂੰ ਦਿੱਤੀਆਂ। ਇਸ ਤੋਂ ਉੱਤੇ ਮੈਂ ਕਿਹੜੀ ਅਥਾਰਟੀ ਕੋਲ ਚੱਲ ਜਾਵਾਂ? ਜੇ ਪੰਜਾਬ ਤੋਂ ਬਾਹਰ ਜਾਊਂਗਾ ਤੇ ਪੰਜਾਬ ਤੋਂ ਬਾਹਰ ਉਹ ਮੁੱਦੇ ਹੀ ਨਹੀਂ ਰਿਲੇਟਡ ਹੈਗੇ। ਕਿੱਥੇ ਮੈਂ ਮੋਦੀ ਨੂੰ ਥੋੜੀ ਦੇ ਦੂੰਗਾ ਜਾਂ ਪ੍ਰਧਾਨ ਮੰਤਰੀ ਨੂੰ। ਮੈਨੂੰ ਹੱਲ ਦੱਸੋ ਕੀ ਹੈਗਾ। ਮੈਂ ਫਿਰ ਕਹਿਣਾ ਕਿ ਤੁਹਾਡੇ ਵਰਗੇ ਚੈਨਲ ਰਾਹੀਂ ਮੇਰਾ ਮਤਲਬ, ਮੈਂ ਫਿਰ ਸੱਦਾ ਦਿੰਦਾ, ਕੋਈ ਵਕੀਲ ਸੁਪਰੀਮ ਕੋਰਟ ਦਾ, ਲੋਅਰ ਕੋਰਟ ਦਾ, ਆਉਣ ਮੇਰੇ ਕੋਲ ਪੇਪਰ ਲੈਣ। ਮੈਂ ਇੰਨਾ ਮਤਲਬ ਸਰਮਾਏਦਾਰ ਨਹੀਂ ਹੈਗਾ ਕਿ ਮੈਂ ਸਾਰੇ ਮਤਲਬ ਇਹ ਕਰ ਸਕਾਂ, ਇਹਨਾਂ ਦੇ ਉੱਤੇ ਖਰਚੇ ਕਰ ਸਕਾਂ। ਮੈਂ ਕਾਗਜ਼ ਵਿਖਾਉਣ ਨੂੰ ਤਿਆਰ ਹਾਂ, ਮੈਂ ਜਨਤਕ ਕਰਨ ਨੂੰ ਤਿਆਰ ਹਾਂ। ਮੈਨੂੰ ਮੇਰਾ ਸਵਾਲ ਹੈ ਕਿ ਲੋਕਾਂ ਨੂੰ, ਠੀਕ ਹੈ ਹਰ ਬੰਦੇ ਨੂੰ ਸਵਾਲ ਕਰਨ ਦਾ ਹੱਕ ਹੈ, ਕਿ ਜੋ ਮੁੱਦਾ ਮੈਂ 8-10 ਸਾਲ ਤੋਂ ਚੁੱਕਿਆ, ਕੋਈ ਇੱਕ ਮੁੱਦੇ ਦੇ ਉੱਤੇ ਮੈਂ ਚੁੱਪ ਕਰ ਗਿਆ ਵਾਂ ਤੇ ਫਿਰ ਮੈਂ ਸਮਝ ਸਕਦਾ ਮੇਰੀ ਕਿਸੇ ਨਾਲ ਸੈਟਿੰਗ ਹੋ ਗਈ ਹੈ। ਕਿਤੇ ਸੁਣਵਾਈ ਨਹੀਂ ਹੈਗੀ, ਮੇਰੀ ਇਕੱਲੇ ਦੀ ਗੱਲ ਹੈ। ਸਿੱਧੂ ਸਾਹਿਬ ਕਹਿੰਦੇ ਸੀ ਜੀ ਬਾਦਲ ਇੰਨੇ ਪੈਸੇ ਖਾ ਗਏ, ਕੈਪਟਨ ਕਹਿੰਦੇ ਸੀ ਮੈਂ ਅੰਦਰ ਕਰ ਦੂੰਗਾ। ਕਿੰਨੇ ਕੀਤਾ ਕਿਸੇ ਨੂੰ ਕੁਛ? ਤੇ ਫਿਰ ਮੰਨੇ ਦੀ ਕੀ ਘਾਤ ਹੈ? ਉਹ ਤੇ ਪੈਦਾਇਸ਼ੀ ਰਾਜਨੇਤਾ ਹੋ ਗਏ ਨੇ ਨਾ, ਉਹਨਾਂ ਦਾ ਤੇ ਕਹਿਣਾ ਕਰਨਾ ਜਿੱਦਾਂ ਗੁਟਕਾ ਸਾਹਿਬ ਦੇ ਖਾ ਕੇ ਆਏ ਬਮਰਾ ਸਾਹਿਬ। ਮੈਂ ਫਿਰ ਇਹੀ ਤੇ ਕਹਿ ਰਿਹਾ, ਮੰਨਾ ਕੱਲਾ ਕੁਝ ਨਹੀਂ ਕਰ ਸਕਦਾ। ਮੇਰੇ ਕੋਲੋਂ ਫਾਈਲਾਂ ਲੈ ਲਓ, ਮੇਰੇ ਕੋਲੋਂ ਵਿਜੀਲੈਂਸ ਲੈ ਲਓ। ਅਕਸਰ ਨੌਜਵਾਨ ਰਾਜਨੀਤੀ ਚਾਹੁੰਦੇ ਦੀ ਕਮਾਂਡ ਫੜਨ। ਤੁਹਾਡੇ ਅਗਲੇ ਇਲਜ਼ਾਮ ਤੇ ਆਨੇ। ਅੱਛਾ, ਦੂਜੀ ਚੀਜ਼ ਮੈਂ ਦੱਸ ਦਵਾਂ ਜੀ ਹੋਰ। ਮੇਰੇ ਤੇ ਇਲਜ਼ਾਮ ਸਿੱਧੂ ਸਾਹਿਬ ਨੇ ਆ ਪਿੱਛੇ ਜੇ 1-2 ਵੀਡੀਓ ਕਢਾਈਆਂ, ਮੰਨੇ ਨੂੰ ਇੱਥੋਂ ਗਨਮੈਨ ਦਿੱਤੇ ਜੀ, ਫਲਾਣਾ ਕੀਤਾ ਜੀ। 97 ਦੇ ਮੇਰੇ ਕੋਲ ਗਨਮੈਨ ਸੀਗੇ 8-10। ਅੱਜ ਦੀ ਤਰੀਕ 'ਚ ਮੈਨੂੰ ਡੀਜੀਪੀ ਨੇ ਸੱਦ ਕੇ ਕਿਹਾ ਕਿ ਤੁਸੀਂ ਇੰਨਾ ਮਤਲਬ ਕਰਦੇ ਹੋ, ਤੁਹਾਨੂੰ ਗਨਮੈਨ ਨਹੀਂ ਚਾਹੀਦੇ? ਮੈਂ ਕਿਹਾ ਨਹੀਂ ਚਾਹੀਦੇ ਜੀ। ਮੈਨੂੰ ਫਿਰ ਪ੍ਰੈਸ ਵਾਲੇ ਨੇ ਸਵਾਲ ਕੀਤਾ, ਤੁਹਾਡੇ ਵਰਗੇ ਭਰਾ ਨੇ, ਮੈਨੂੰ ਕਹਿੰਦੇ ਜੀ 97 'ਚ ਕਿਉਂ ਤੁਹਾਨੂੰ ਗਨਮੈਨ ਚਾਹੀਦੇ ਸੀ? ਉਦੋਂ ਜ਼ਿਆਦਾ ਖਤਰਾ ਸੀ। ਮੈਂ ਕਿਹਾ ਜੀ ਨਹੀਂ, ਉਦੋਂ ਜ਼ਿੰਦਗੀ ਦਾ ਇੱਕ ਫੁਕਰਪੁਣਾ ਸੀਗਾ ਵੀ ਗੱਡੀ ਲੈਣੀ ਆ, 1 ਨੰਬਰ ਲੈਣਾ, ਗਨਮੈਨ ਲੈਣੇ। ਹੌਲੀ ਹੌਲੀ ਸਮਝ ਆ ਗਈ, ਹਰ ਬੰਦੇ ਤੇ ਇੱਕ ਦੌਰ ਆਉਂਦਾ। ਮੈਂ ਵੀ ਜ਼ਿੰਦਗੀ 'ਚ ਗਲਤੀਆਂ ਕੀਤੀਆਂ ਹੋਣਗੀਆਂ, ਪਰ ਮੈਂ ਆਪਣੇ ਸਮਾਜ ਲਈ, ਆਪਣੇ ਪੰਜਾਬ ਲਈ ਇਹ ਕੋਈ ਦੋਸ਼ ਮੇਰੇ ਤੇ ਬਣਦੇ ਨਹੀਂ। ਜੇ ਮੈਂ ਇਹੋ ਜਿਹੇ ਕੰਮ ਕਰਦਾ, ਮੇਰੀ ਕਿਤੇ ਸੈਟਿੰਗ ਹੈ ਜਾਂ ਕੁਝ ਵੀ ਹੈ, ਮੇਰਾ ਹਰ ਫੋਨ ਟੇਪ ਹੁੰਦਾ, ਮੈਂ ਇੱਕ ਹੀ ਫੋਨ ਯੂਜ਼ ਕਰਦਾ। ਮਤਲਬ ਮੈਨੂੰ ਦੂਜਾ ਨੰਬਰ ਨਹੀਂ ਮੇਰੇ ਕੋਲ ਹੈਗਾ। ਤੇ ਸਰਕਾਰ ਨੇ ਵਿਕਰਮ ਖਿਲਾਫ ਮੈਂ ਬੋਲਦਾ ਰਿਹਾ, ਕੈਪਟਨ ਅਮਰਿੰਦਰ ਸਿੰਘ ਖਿਲਾਫ ਮੈਂ ਬੋਲਦਾ, ਨਵਜੋਤ ਸਿੰਘ ਸਿੱਧੂ ਦੇ ਪਰਦੇ ਮੈਂ ਫੋਲੇ, ਤੇ ਅੱਜ ਤੱਕ ਮੰਨੇ ਦਾ ਨਿਕਲਦਾ ਕਿਉਂ ਨਹੀਂ ਕੁਛ? ਇਹਦਾ ਇਲਜ਼ਾਮ ਹੈ ਕਿ ਤੁਸੀਂ ਸਿੱਧੂ ਦੇ ਮਗਰ ਪਏ ਜੇ, ਕੈਪਟਨ ਦਾ ਥਾਪੜਾ ਹੈਗਾ ਤੁਹਾਡੇ ਤੇ। ਇਹ 'ਚ ਕੀ ਸੱਚਾਈ ਹੈ? ਤੁਸੀਂ ਕੱਲ ਵਾਲੀ ਵੀਡੀਓ ਦੇਖੋ ਜੀ, ਜਿਸ 'ਚ ਕੈਪਟਨ ਅਮਰਿੰਦਰ ਸਿੰਘ ਨੇ 20 ਕਰੋੜ ਰੁਪਈਆ ਰੇਤਾ ਦਾ ਛੱਡ ਦਿੱਤਾ। ਸ਼ਰਾਬ ਦੇ ਠੇਕੇ ਉਹ ਜ਼ਬਰਦਸਤੀ ਖਿਲਾ ਰਹੇ ਨੇ। ਮੈਂ ਸਿੱਧੂ ਸਾਹਿਬ ਦੇ ਪਿੱਛੇ ਮੈਂ ਛੱਡ ਚੁੱਕਿਆ ਸੀ ਇਹਨਾਂ ਨੂੰ 2-4-6 ਮਹੀਨੇ। ਇੱਕ ਬੰਦਾ ਘਰ ਹੀ ਸੌਂ ਗਿਆ, ਇਹਨੂੰ ਮੈਂ ਕੀ ਬੋਲੀ ਜਾਊਂਗਾ? ਹੁਣ ਦੁਬਾਰਾ ਜਦੋਂ ਇਹ ਨਿਕਲਿਆ, ਡਰਾਮਾ ਕਰ ਲਈ, ਮਾਸਕ ਲਾ ਲਿਆ ਜੀ, ਉਹ ਮਫਲਰ ਬੰਨ ਲਿਆ, ਲੋਕਾਂ ਨੂੰ ਹਾਏ ਹੈਲੋ ਕਰਤੀ, ਇਹਨੂੰ ਆਹ ਭੇਜ ਦਿਓ, ਇਹਨੂੰ ਆਹ ਭੇਜ ਦਿਓ। ਮੈਨੂੰ ਚੁੱਭਦੀਆਂ ਨੇ ਇਹੋ ਜਿਹੀਆਂ ਚੀਜ਼ਾਂ। ਮੈਂ ਤਾਂ ਬੋਲਿਆ, ਮੇਰੀਆਂ ਬਹੁਤ ਗਿਣਤੀ ਵੀਡੀਓਜ਼ ਤੁਸੀਂ ਦੇਖੋਗੇ ਤੇ ਉਹ ਸਾਰੀਆਂ ਸਰਕਾਰ ਦੇ ਖਿਲਾਫ ਨੇ। ਕਿਹੜੀ ਸਰਕਾਰ ਮਤਲਬ ਮੈਨੂੰ ਥਾਪੜਾ ਦਊਗੀ ਜਾਂ ਮੈਨੂੰ ਕੁਝ ਪੇ ਕਰੂਗੀ ਆਪਣੇ ਆਪ ਨੂੰ ਗਾਲਾਂ ਕਢਾਉਣ ਲਈ? ਬਿਲਕੁਲ ਠੀਕ। ਇੱਕ ਇਹ ਲਾਸਟ ਕੁਐਸਚਨ ਹੋ ਸਕਦਾ, ਮਗਰ ਕਾਫੀ ਸੀਰੀਅਸ ਹੈ, ਸੈਂਸਿਟਿਵ ਹੈ, ਬੜਾ ਵੱਡਾ। ਇਹ ਤੁਹਾਡੇ ਵੱਲੋਂ ਵੀ ਇਲਜ਼ਾਮ ਲੱਗਾ, ਕਿਸੇ ਪੁਰਾਣੇ ਟਾਈਮ ਤੇ ਖੁੱਲਿਆ ਵੀ ਸੀ। ਇਹ ਲੋਕੀ ਚਾਹੁੰਦੇ ਨੇ, ਜਿਹੜਾ ਮੈਂ ਕੁਐਸਚਨ ਹੁਣ ਕਰਾਂਗਾ, ਕਿ ਜੇਕਰ ਤੁਹਾਡੇ ਕੋਲ ਇਹਦੇ ਸਬੂਤ ਹੈਗੇ ਨੇ ਤੇ ਤੁਸੀਂ ਜਨਤਕ ਕਰੋ, ਅਸੀਂ ਤੁਹਾਡੀ ਬੈਕ ਕਰਦੇ ਹਾਂ, ਭਾਵੇਂ ਆਸਟ੍ਰੇਲੀਆ ਤੋਂ ਕਰਦੇ ਹਾਂ, ਭਾਵੇਂ ਕੈਨੇਡਾ ਤੋਂ ਕਰਦੇ ਹਾਂ।
ਰੇਪ ਕੇਸ ਹੈਗਾ ਸੀ, ਤੁਸੀਂ ਥੋੜੇ ਦਿਨ ਪਹਿਲੇ ਆਪਣੀ ਵੀਡੀਓ 'ਚ ਬੋਲਿਆ ਜੀ, ਮੈਂ ਕਿਹਾ ਸੀ, ਹਾਂਜੀ। ਠੀਕ ਹੈ ਜੀ। ਤੁਹਾਨੂੰ ਪਤਾ ਵੈ ਵੀ ਆਰਪੀ ਮਿੱਤਲ ਕਮਿਸ਼ਨਰ ਦਾ, ਤੁਹਾਨੂੰ ਪਤਾ ਹਾਂਜੀ ਵੈ ਵੀ ਉਹ ਫੋਨ ਤੁਸੀਂ ਕਿਹਾ ਉਹਦੇ 'ਚ ਮੰਨਿਆ ਕਿ ਤੁਹਾਡੇ ਕੋਲ ਸਬੂਤ ਹੈਗਾ, ਫਿਰ ਇਹੋ ਜਿਹੇ ਮਾਮਲੇ ਦੇ ਉੱਤੇ ਤੁਸੀਂ ਬੈਕ ਸਟੈਪ ਕਿੱਦਾਂ ਕਰ ਰਹੇ, ਇਹਨੂੰ ਅੱਗੇ ਕਿਉਂ ਨਹੀਂ ਲੈ ਕੇ ਆ ਰਹੇ? ਮੈਂ ਬੈਕ ਸਟੈਪ ਨਹੀਂ ਜੀ ਕੀਤਾ, ਮੈਂ ਤੁਹਾਨੂੰ ਦੱਸ ਰਿਹਾ ਕਿ ਸਿੱਧੂ ਸਾਹਿਬ ਦੀ ਵਾਈਫ ਉਦੋਂ ਐਮਐਲਏ ਬਣੀ ਸੀਗੀ, ਉਹ ਸੀਪੀਐਸ ਬਣ ਗਈ ਸੀਗੀ, ਇਹਨਾਂ ਦੇ ਵਰਕਰ ਸੀਗੇ, ਇਹਨਾਂ ਨਾਲ ਇਲੈਕਸ਼ਨ ਲੜਦੇ ਰਹੇ, ਉਹਨਾਂ ਨੇ ਇੱਕ ਰੇਪ ਕੀਤਾ ਵੇਰਕੇ ਦੇ ਵਿੱਚ ਖੜ ਕੇ, ਔਰ ਸਿੱਧੂ ਸਾਹਿਬ ਨੇ ਦਬਕਾ ਮਾਰ ਕੇ ਉਹ ਬੰਦੇ ਰੈਸਟ ਨਹੀਂ ਹੋਣ ਦਿੱਤੇ। ਮੈਂ ਵੀ ਉਹਨਾਂ ਨੂੰ ਬੜਾ ਕਿਹਾ ਸੀਗਾ ਕਿ ਆਓ ਆਪਾਂ ਕੋਈ ਐਜੀਟੇਸ਼ਨ ਕਰਦੇ ਹਾਂ, ਕੁਝ ਵੀ ਕਰਦੇ ਹਾਂ। ਸਿੱਧੂ ਸਾਹਿਬ ਨੇ ਆਰਪੀ ਮਿੱਤਲ ਨੂੰ ਕਿਹਾ ਕਿ ਇਹਨਾਂ ਨੂੰ ਹੱਥ ਤੱਕ ਨਹੀਂ ਲਾਉਣਾ। ਅਖੀਰ ਦੇ ਵਿੱਚ ਜਦੋਂ ਲੜਕੀ ਦਾ ਕੋਈ ਵਸ ਪੇਸ਼ ਨਹੀਂ ਚੱਲੀ, ਉਹ ਇਹਨਾਂ ਨਾਲ ਸਮਝੌਤਾ ਕਰ ਗਈ। ਉਹ ਤੇ ਉਹਦੇ ਕਹਿਣ ਤੇ ਹੀ ਖੁੱਲ ਸਕਦਾ ਨਾ, ਮੇਰੇ ਕਹਿਣ ਤੇ ਖੁੱਲਣਾ ਨਹੀਂ। ਜੇ ਤੁਸੀਂ ਕਹੋਗੇ ਤਾਂ ਮੈਨੂੰ ਮਿਲਣ ਨੂੰ ਤਿਆਰ ਹਾਂ, ਮੈਂ ਉਹਨੂੰ ਬੜੀ ਵਾਰੀ ਕੋਸ਼ਿਸ਼ ਕੀਤੀ ਹੈ, ਪਰ ਕੀ ਇਹਨਾਂ ਦਾ ਸਮਝੌਤਾ ਆਇਆ, ਕੀ ਮੁੱਕਾ ਅਖੀਰ 'ਚ ਬਣਦਾ ਕੀ ਹੈ ਇੰਡੀਆ ਦੇ ਵਿੱਚ ਕਿ ਤਾਕਤਵਰ ਲੋਕ, ਅਮੀਰ ਲੋਕ ਛੋਟੇ ਗਰੀਬ ਦੀ ਲੜਕੀ ਨੂੰ ਜਾਂ ਗਰੀਬ ਦੇ ਜ਼ਮੀਰ ਨੂੰ ਖਰੀਦ ਲੈਂਦੇ ਨੇ। ਉਹੀ ਹਾਲ ਉੱਥੇ ਹੋਇਆ। ਠੀਕ ਹੈ ਵੀ ਉਹਨਾਂ ਨੇ ਸਮਝੌਤਾ ਕਰ ਲਿਆ ਤੇ ਉਹਦੇ ਹੁਣ ਉਹ ਲੜਕੀ ਹੀ ਕੇਸ ਖੋਲ ਸਕਦੀ ਹੈ। ਉਹਦਾ ਇਹ ਇੱਕ ਸਮਝੌਤਾ ਥੋੜੀ ਹੈ ਬਮਰਾ ਸਾਹਿਬ, ਤੁਸੀਂ ਰੋਜ਼ ਦੇਖੋ, ਰੋਜ਼ ਕਿੰਨੇ ਸਮਝੌਤੇ ਹੁੰਦੇ ਨੇ, ਇੱਕ ਦੋ ਇਸ਼ੂ ਕਿੰਨੇ ਜ਼ੋਰ ਸ਼ੋਰ ਨਾਲ ਉੱਠੇ ਜਾਂਦੇ ਨੇ, ਉਸ ਤੋਂ ਬਾਅਦ ਕਿਸੇ ਨੂੰ ਪੈਸੇ ਦੇ ਜ਼ੋਰ ਦੇ ਉੱਤੇ, ਕਿਸੇ ਨੂੰ ਤਾਕਤ ਦੇ ਜ਼ੋਰ ਦੇ ਉੱਤੇ ਖਰੀਦ ਲਿਆ ਜਾਂਦਾ। ਉਹਦੇ ਵਿੱਚ ਤੇ ਮਨਦੀਪ ਸਿੰਘ ਮੰਨਾ ਜਾਂ ਤੁਸੀਂ ਆਸਟ੍ਰੇਲੀਆ ਬੈਠੇ ਵੀ ਕੁਝ ਨਹੀਂ ਕਰ ਸਕਦੇ। ਨਹੀਂ, ਕੋਈ ਨਹੀਂ ਕਰ, ਇੱਥੋਂ ਲੋਕ ਸਿਰਫ ਸਪੋਰਟ ਤੁਹਾਨੂੰ ਕਰ ਸਕਦੇ ਨੇ, ਕਿਉਂਕਿ ਜਿਹੜੇ ਚਾਹਣ ਵਾਲੇ ਸੀ, ਜਿਹੜੇ ਅਸੀਂ ਤੁਹਾਨੂੰ ਫੋਨ ਵੀ ਲਗਾਤਾਰ ਕਰ ਰਹੇ ਸੀ ਕੁਝ ਦਿਨਾਂ ਤੋਂ, ਉਹ ਤੁਹਾਡੇ ਮੂੰਹ ਕੁਝ ਸਾਡੇ ਆਪਣੇ ਸਵਾਲ ਸੁਣਨਾ ਚਾਹੁੰਦੇ ਸੀ। ਤੇ ਹੁਣ ਇੱਕ ਤੁਹਾਡੀ ਨਜ਼ਰ ਰਾਹੀਂ ਅਸੀਂ ਪੰਜਾਬ ਦੀ ਜਿਹੜੀ ਸਿਆਸਤ ਹੈਗੀ ਆ ਨਾ, ਉਹਨੂੰ ਇਹ ਦੇਖਣਾ ਚਾਹੁੰਦੇ ਹਾਂ ਕਿ ਤੁਹਾਡੇ ਮੁਤਾਬਕ ਅਕਾਲੀ ਚੰਗੇ ਸੀ ਕਿ ਕਾਂਗਰਸ? ਇਹਨਾਂ ਦੋਵਾਂ ਦੇ ਵਿੱਚ ਜੇ ਤੁਸੀਂ ਹੁਣ ਮੁਲਾਂਕਣ ਕਰੋਗੇ ਤਾਂ ਕਿਹਨੂੰ ਨੰਬਰ ਦਿੰਦੇ ਜੇ? ਦੇਖੋ, ਮੈਂ ਪਾਰਟੀ ਕਿਸੇ ਨੂੰ ਚੰਗੀ ਨਹੀਂ ਕਹਿੰਦਾ, ਪਾਰਟੀ ਨੂੰ ਕਿਸੇ ਨੂੰ ਮਾੜਾ ਨਹੀਂ ਕਹਿੰਦਾ। ਉਹਦੇ ਵਿੱਚ ਲੋਕ ਮਾੜੇ ਸੀ। ਅਕਾਲੀ ਦਲ ਜਦੋਂ ਤੱਕ ਸੁਖਬੀਰ ਬਿਕਰਮ ਨਹੀਂ ਆਏ, ਉਦੋਂ ਤੱਕ ਅਕਾਲੀ ਦਲ ਵਧੀਆ ਸੀਗਾ। ਮੈਂ ਦੋਵਾਂ ਪਾਰਟੀਆਂ ਦੇ ਲੀਡਰਾਂ ਕੋਲ, ਮੈਂ ਤਾਂ ਕੱਲ ਵੀ ਬੋਲ ਕੇ ਹਟਿਆ, ਉਹ ਰੇਤਾ ਦੇ ਉੱਤੇ ਬੋਲਦੇ ਸੀ, ਮੈਂ ਕਿਹਾ ਤੁਸੀਂ ਵੀ ਇੱਕੋ ਥਾਲੀ ਦੇ ਚੱਟੇ ਵੱਟੇ ਹੋ। ਤੁਸੀਂ 10 ਸਾਲ ਉਹ ਕੰਮ ਕੀਤੇ, ਰੇਤਾ ਖਾ ਲਈ, ਸ਼ਰਾਬ ਖਾ ਲਈ, ਅੱਜ ਤੁਸੀਂ ਕਾਂਗਰਸ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਮੈਂ ਫਿਰ ਕਹਿ ਰਿਹਾ ਕਿ ਦੋਵੇਂ ਜਿਹੜੇ ਲੀਡਰ ਨੇ ਉਹ ਬੇਹੱਦ ਪ੍ਰੋਫੈਸ਼ਨਲ ਨੇ, ਬੇਹੱਦ ਆਪਣੇ ਘਰ ਭਰਨ ਵਾਲੇ ਨੇ। ਜਿੰਨਾ ਚਿਰ ਨਵੇਂ ਲੋਕ, ਨਵੇਂ ਨੌਜਵਾਨ ਪੜ੍ਹੇ ਲਿਖੇ ਲੋਕ ਸਿਆਸਤ 'ਚ ਨਹੀਂ ਆਉਣੇ, ਇਹਨਾਂ ਲੋਕਾਂ ਨੇ ਮੂਰਖ ਬਣਾਉਂਦੇ ਰਹਿਣਾ, ਪੰਜਾਬ ਉੱਜੜਦਾ ਰਹਿਣਾ, ਪੰਜਾਬ ਲੁੱਟਿਆ ਜਾਣਾ। ਹਾਲਾਤ ਕੀ ਨੇ ਕਿ ਇੱਕ 5 ਪੜ੍ਹਿਆ ਮਿਨਿਸਟਰ, ਮਤਲਬ IAS ਅਫਸਰ ਨੂੰ ਸਾਦਾ ਹੈ, ਮਤਲਬ ਉਹ ਜੇ ਐਜੂਕੇਸ਼ਨ ਮਿਨਿਸਟਰ ਲੱਗ ਜਾਂਦਾ ਤੇ ਵੱਡੇ ਵੱਡੇ ਅਫਸਰਾਂ, ਪ੍ਰਿੰਸੀਪਲ ਨੂੰ ਸੱਦ ਕੇ ਦਬਕੇ ਮਾਰਦਾ। ਇਹ ਹਾਲਾਤ ਨੇ ਸੂਬੇ ਦੇ। ਔਰ ਇਹਨਾਂ ਚੀਜ਼ਾਂ ਤੋਂ ਜੇ ਛੁਟਕਾਰਾ ਚਾਹੁੰਦੇ ਹੋ, ਚਾਹੇ ਉਹ ਕਾਂਗਰਸ ਜੁਆਇਨ ਕਰਨ, ਚਾਹੇ ਅਕਾਲੀ ਦਲ ਜੁਆਇਨ ਕਰਨ, ਪਹਿਲੀ ਗੱਲ ਤੇ ਇਹਨਾਂ ਕਰਨ ਨਹੀਂ ਦੇਣਾ ਕਿਸੇ ਨੂੰ। ਨਵੇਂ ਲੋਕ ਸਿਆਸਤ ਦੇ ਵਿੱਚ ਪੜ੍ਹੇ ਲਿਖੇ, ਸਾਡੇ ਨਾਲੋਂ ਵੱਧ ਪੜ੍ਹੇ ਲਿਖੇ ਲੋਕ ਆਉਣੇ ਚਾਹੀਦੇ ਨੇ ਤੇ ਸਮਾਜ ਸੁਧਰ ਸਕਦਾ, ਸੂਬਾ ਬਚ ਸਕਦਾ। ਨਹੀਂ ਤੇ ਫਿਰ ਇਹਨਾਂ ਦੋਵਾਂ 'ਚੋਂ ਤੁਸੀਂ ਕਿਸੇ ਨੂੰ ਚੰਗੇ ਕਹੋਗੇ ਤੇ ਇਹ ਤੇ ਪੋਸੀਬਲ ਨਹੀਂ ਨਾ ਹੈਗਾ। ਮੈਂ ਤੁਹਾਨੂੰ ਇੱਕ ਛੋਟੀ ਜਿਹੀ ਕਹਾਣੀ ਸੁਣਾਉਣ ਲੱਗਾ ਦੋਵਾਂ ਦੀ। ਇੱਕ ਵਾਰੀ ਇੱਕ ਰਾਜਾ ਸੀਗਾ, ਉਹ ਜਦੋਂ ਬੰਦਾ ਮਰ ਜਾਂਦਾ ਸੀ, ਉਹਦੇ ਮੂੰਹ ਦੇ ਵਿੱਚੋਂ ਪੈਸੇ ਕੱਢ ਲੈਂਦਾ ਹੁੰਦਾ ਸੀਗਾ ਮਰੇ ਦੇ ਵਿੱਚੋਂ, ਤੇ ਲੋਕ ਉਹਨੂੰ ਬੜੀਆਂ ਗਾਲਾਂ ਕੱਢਦੇ ਸੀ, ਇਹ ਬੜਾ ਕੁੱਤਾ ਹੈ, ਫਲਾਣਾ ਢਮਕਾਣਾ। ਉਹ ਰਾਜੇ ਦੀ ਮੌਤ ਹੋ ਜਾਂਦੀ ਹੈ। ਉਸ ਤੋਂ ਬਾਅਦ ਉਹਦਾ ਬੇਟਾ ਗੱਦੀ ਦੇ ਉੱਤੇ ਬਹਿ ਜਾਂਦਾ। ਉਹ ਕਹਿੰਦਾ, ਆਪਣੇ ਸਲਾਹਕਾਰਾਂ ਨਾਲ ਸਲਾਹ ਕਰਦਾ ਹੈ ਕਿ ਯਾਰ ਮੇਰੇ ਪਿਓ ਨੂੰ ਦੁਨੀਆ ਬੜੀਆਂ ਗਾਲਾਂ ਕੱਢਦੀ ਹੈ, ਕੁਝ ਇਹੋ ਜਿਹਾ ਤਰੀਕਾ ਦੱਸੋ ਮੇਰੇ ਪਿਓ ਨੂੰ ਚੰਗਾ ਕਹਿਣਾ ਸ਼ੁਰੂ ਕਰ ਦੇਣ। ਤੇ ਉਹ ਵਜ਼ੀਰ ਉਹਦੇ ਮਤਲਬ ਹੁੰਦੇ ਨੇ ਸਿਆਣੇ, ਜਿੱਦਾਂ ਕੈਪਟਨ ਅਮਰਿੰਦਰ ਸਿੰਘ ਦੇ ਨੇ, ਉਹਨਾਂ ਨੂੰ ਸਲਾਹ ਦਿੱਤੀ। ਉਹ ਕਹਿੰਦੇ, ਯਾਰ ਤੇਰਾ ਪਿਓ ਤੇ ਪੈਸੇ ਕੱਢਦਾ ਸੀ ਨਾ, ਤੂੰ ਲਾਸ਼ ਕੱਢ ਕੇ ਇਹਨੂੰ 4 ਛਿੱਤਰ ਵੀ ਮਾਰਿਆ ਕਰ, ਫਿਰ ਨੱਪਿਆ ਕਰ। ਤੇ ਉਹ ਹਾਲਾਤ ਉਹ ਬਣ ਗਏ ਜਦੋਂ ਉਹਨੇ ਇਹ ਕਰਨਾ ਸ਼ੁਰੂ ਕੀਤਾ। ਉਹ ਕਹਿੰਦੇ ਇਹਨੂੰ ਤੇਰਾ ਪਿਓ ਚੰਗਾ ਸੀ, ਸੇਮ ਹਾਲਾਤ ਉਹਨਾਂ ਦੀ ਹੈ। ਨਹੀਂ, ਠੀਕ ਹੈ, ਬਹੁਤ ਅੱਛਾ, ਤੁਸੀਂ ਸਹੀ ਬਿਆਨ ਕੀਤਾ। ਤੇ ਤੁਸੀਂ ਹੁਣ ਆਪਣੇ ਆਪ ਨੂੰ 2022 ਦੇ ਵਿੱਚ ਕਿੱਧਰਲੇ ਪਾਸੇ ਜਾਂਦਾ ਦੇਖਦੇ ਜੀ? ਭਾਜੀ ਦੇਖੋ, ਮੈਂ ਤੁਹਾਡੇ ਸਵਾਲ ਨੂੰ ਪਿਛਲੇ ਨਾਲ ਜੋੜਨ ਲੱਗਾ ਕਿ ਕੈਪਟਨ ਅਮਰਿੰਦਰ ਸਿੰਘ ਥਾਪੜਾ ਦਿੰਦੇ ਨੇ। ਜੇ ਮੈਂ ਕੈਪਟਨ ਖਿਲਾਫ ਬੋਲ ਗਿਆ ਤੇ ਫਿਰ ਕਹਿੰਦੇ ਨੂੰ ਬਿਕਰਮ ਕਹਿੰਦਾ ਹੋਣਾ, ਜੇ ਬਿਕਰਮ ਖਿਲਾਫ ਬੋਲਦਾ ਤੈਨੂੰ ਫਲਾਣਾ ਬੰਦਾ ਕਹਿੰਦਾ ਹੋਣਾ। ਲੋਕਾਂ ਦੇ ਕਿਆਫੇ ਨੇ, ਮਤਲਬ ਇਹਦੇ ਉੱਤੇ ਕੋਈ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਤੇ ਰੋਕ ਨਹੀਂ ਲਾਈ ਜਾ ਸਕਦੀ। ਮੈਂ ਕਹਿੰਦਾ ਕਿ ਚੰਗੇ ਲੋਕ ਸਿਆਸਤ ਦਾ ਹਿੱਸਾ ਬਣਨਗੇ। ਤੇ ਮੈਂ ਸਿਆਸਤਦਾਨ ਹਾਂ, ਮੈਂ ਮੁੱਕਰਦਾ ਨਹੀਂ, ਮੈਂ ਸਿਆਸੀ ਬੰਦਾ ਵਾਂ। ਮਤਲਬ ਮੈਂ ਕਹਾਂ ਮੇਰਾ ਸਿਆਸਤ ਦਾ ਕੋਈ ਲੈਣਾ ਦੇਣਾ ਨਹੀਂ, ਪਰ ਚੰਗੇ ਲੋਕਾਂ ਦੀ ਕੋਈ ਟੀਮ ਆਊਗੀ ਤੇ ਮੈਂ ਉਹਦਾ ਹਿੱਸਾ ਜ਼ਰੂਰ ਬਣੂੰਗਾ। ਮਨਦੀਪ ਸਿੰਘ ਮੰਨਾ ਪੰਜਾਬ 'ਚ ਪਾਰਟੀ ਖੜੀ ਨਹੀਂ ਕਰ ਸਕਦਾ। ਮੈਂ ਇਸ ਸਮਰੱਥ ਨਹੀਂ ਹੈਗਾ ਕਿ ਸਾਰੇ ਪੰਜਾਬ ਨੂੰ ਮਤਲਬ ਮੈਂ ਦੇਖ ਸਕਾਂ ਆਪਣੀ ਪਾਰਟੀ। ਪਰ ਜਿਹੜਾ ਕੋਈ ਵੀ ਆਊਗਾ, ਮੈਂ ਤਿਲ ਫੁੱਲ ਪਾਉਣ ਦੀ ਕੋਸ਼ਿਸ਼ ਜ਼ਰੂਰ ਕਰੂੰਗਾ, ਬਿਨਾਂ ਕਿਸੇ ਮਤਲਬ ਲਾਲਚ ਤੋਂ। ਨਾ ਇਲੈਕਸ਼ਨ ਮੇਰੇ ਨਾਲ ਇਹੋ ਜਿਹੀਆਂ ਵੀ ਕੋਈ ਸ਼ਰਤਾਂ ਭਾਵੇਂ ਜਿਹੜਾ ਮਰਜ਼ੀ ਆ ਕੇ ਮੈਨੂੰ ਰੱਖ ਲਵੇ, ਪਰ ਪੰਜਾਬ ਪ੍ਰਤੀ ਜਿਹੜਾ ਬੰਦਾ ਉਹ ਸੁਹਿਰਦ ਹੋਵੇ, ਪੰਜਾਬ ਪ੍ਰਤੀ ਲੜਨ ਵਾਲਾ, ਪੰਜਾਬ ਪ੍ਰਤੀ ਉਹਦੀ ਸੋਚ ਹੋਣੀ ਚਾਹੀਦੀ ਹੈ। ਤੇ ਜੇ ਇਹਨਾਂ ਲੋਕਾਂ ਦੇ ਨਾਲ ਮੈਨੂੰ ਰਲਣਾ ਪਿਆ ਤੇ ਬਹੁਤ ਮੁਸ਼ਕਿਲ ਹੈ ਜੀ, ਮੈਂ ਨਹੀਂ ਰਲ ਸਕਦਾ। ਇੱਕ ਲਾਸਟ ਦੇ ਉੱਤੇ ਮੈਂ ਕਹਿਣਾ ਚਾਹਾਂਗਾ ਕਿ ਤੁਸੀਂ ਵੀ ਨੋਟ ਕੀਤਾ ਹੋਵੇਗਾ, ਜਦੋਂ ਕੋਈ ਸਮਾਜ ਸੇਵੀ ਜਾਂ ਰਾਜਨੇਤਾ ਜਦੋਂ ਤੱਕ ਗੱਦੀ ਤੇ ਨਹੀਂ ਬੈਠਦਾ,
ਉਦੋਂ ਤੱਕ ਉਹ ਕਾਫੀ ਲੋਕਾਂ ਦੇ ਕੰਮ ਘਰ ਘਰ ਜਾ ਕੇ ਉਹਨਾਂ ਦੀ ਆਵਾਜ਼ ਬਣਦਾ। ਜਦੋਂ ਉਹਨੂੰ ਕੋਈ ਫੀਤੀ ਗੱਦੀ ਲੱਗ ਜਾਂਦੀ ਹੈ ਉਸ ਟਾਈਮ ਤੋਂ ਕੀ ਉਹਦੀ ਮਜਬੂਰੀ ਹੋ ਜਾਂਦੀ ਹੈ ਕਿ ਜਾਂ ਉਹ ਪਾਰਟੀ ਦੀ ਮਜਬੂਰੀ ਹੋ ਜਾਂਦੀ ਹੈ ਲੋਕਾਂ ਨੂੰ ਨਾ ਸੁਣਨਾ? ਦੇਖੋ, ਮੈਂ ਫਿਰ ਇਸ ਗੱਲ ਤੇ ਆਉਣ ਲੱਗਾ ਕਿ ਕਾਨੂੰਨ ਜਿਹੜੇ ਸਖਤ ਹੋਣੇ ਚਾਹੀਦੇ ਨੇ। ਸਭ ਤੋਂ ਮੇਨ ਮੁੱਦਾ ਸਾਡੇ ਸੂਬੇ ਦੇ ਵਿੱਚ, ਸਾਡੇ ਦੇਸ਼ 'ਚ ਕਰਪਸ਼ਨ ਦਾ ਹੈ। ਮੈਂ ਹਰ ਬੰਦੇ ਦੀ ਕਿਸੇ ਦੀ ਵੀ ਮੱਤ ਤੇ ਪੜਦਾ ਪੈ ਸਕਦਾ, ਤੁਸੀਂ ਵੀ ਬੈਠੇ ਹੋ, ਮੈਂ ਵੀ ਬੈਠਾ ਵਾਂ। ਹੋ ਸਕਦਾ ਮੈਂ ਬੜੀ ਤਾਕਤਵਰ ਪੋਜੀਸ਼ਨ 'ਚ ਬਹਿ ਜਾ ਤੇ ਮੇਰੀ ਮੱਤ ਤੇ ਵੀ ਭ੍ਰਿਸ਼ਟ ਹੋ ਜਾਏ, ਮੈਨੂੰ ਨੋਟਾਂ ਦੇ ਢੇਰ ਹੀ ਦਿਸਣ। ਇਹਦੇ ਲਈ ਲੋਕਾਂ ਨੂੰ ਆਪ ਜਾਗਰੂਕ ਹੋਣਾ ਪੈਣਾ। ਸੋਸ਼ਲ ਮੀਡੀਆ ਇੰਨਾ ਐਕਟਿਵ ਹੈ, ਹਰ ਬੰਦੇ ਦੀ ਕਤਾਈ ਉਹਦੇ ਮੂੰਹ ਦੇ ਉੱਤੇ ਕੱਢੋ। ਤੇ ਜਦੋਂ ਮੈਨੂੰ ਪਤਾ ਹੋਵੇਗਾ ਇਹ ਬੰਦੇ ਨੇ ਇੰਨੇ ਪੈਸੇ ਖਾਧੇ ਨੇ, ਮੈਂ ਆਮ ਬੰਦਾ ਵਾਂ, ਜਦੋਂ ਮੇਰੇ ਸਾਹਮਣੇ ਆਏਗਾ ਤੇ ਮੈਂ ਕਹਿਣਾ ਐਮਐਲਏ ਸਾਹਿਬ ਚਾਹ ਪੀ ਲਓ, ਪਾਣੀ ਪੀ ਲਓ। ਤੇ ਜਦੋਂ ਉੱਥੇ ਜਾਊਗਾ ਤੇ ਉਹਨੂੰ ਮੈਂ ਕਹੂੰਗਾ ਠੱਗ ਲੁੱਟ ਕੇ ਖਾ ਗਿਆ। ਉੱਥੇ ਜਾਇਆ ਗਾਲਾਂ ਕੱਢਣ ਦਾ ਮਕਸਦ ਨਹੀਂ ਹੈਗਾ। ਜਦੋਂ ਤੁਹਾਡੇ ਕੋਲ ਆਉਂਦਾ ਉਦੋਂ ਮੂੰਹ ਤੇ ਸੁਣਾਓ। ਲੋਕਾਂ ਨੂੰ ਮੈਂ ਫਿਰ ਕਹਿਣਾ, ਕਿਸੇ ਤੇ ਯਕੀਨ ਕਰਨ ਦੀ ਲੋੜ ਨਹੀਂ, ਮੇਰੇ ਤੇ ਵੀ ਨਾ ਕਰੋ। ਆਪ ਜਾਗਰੂਕ ਹੋ। ਤੁਸੀਂ ਸਿਆਸਤ ਦਾ ਹਿੱਸਾ ਕਿਉਂ ਨਹੀਂ ਬਣਦੇ? ਬਹੁਤ ਸੌਖੀ ਹੈ ਲੋਕਾਂ ਦੀ ਅਗਵਾਈ ਕਰਨੀ। ਲੋਕ ਤਰਸ ਰਹੇ ਨੇ ਕਿ ਸਾਡੀ ਕੋਈ ਬਾਂਹ ਫੜ ਲੇ, ਕੋਈ ਸਿੰਸੀਅਰ ਬੰਦਾ ਤੇ ਆਵੇ। ਮੈਂ ਸਾਰੇ ਪੰਜਾਬ ਨੂੰ ਸੱਦਾ ਦਿੰਦਾ, ਮੈਂ ਤੁਹਾਡੇ ਰਾਹੀਂ ਵੀ ਸੱਦਾ ਦਿੰਦਾ ਕਿ ਬਾਹਰ ਤੁਹਾਡੇ ਕੋਲ ਬੜੇ ਪੜ੍ਹੇ ਲਿਖੇ ਲੋਕ ਨੇ, ਸਾਡੇ ਬੱਚੇ ਉੱਧਰ ਚਲ ਗਏ ਨੇ। ਕਿਤੇ ਨਾ ਕਿਤੇ ਜਦੋਂ ਇੱਥੇ ਸਿਆਸਤ ਹੁੰਦੀ ਹੈ ਜਾਂ ਇਲੈਕਸ਼ਨ ਆਉਂਦੀ ਹੈ, ਇਹਦੇ ਵਿੱਚ ਯੋਗਦਾਨ ਪਾਓ। ਉੱਥੋਂ ਆ ਕੇ ਵੀ ਤੁਹਾਨੂੰ ਲੜਨਾ ਪੈਂਦਾ। ਲੋਕਾਂ ਨੂੰ ਦੱਸੋ, ਜੇ ਕੇਜਰੀਵਾਲ ਦਿੱਲੀ ਤੋਂ ਆ ਕੇ ਇੱਥੇ 20-22 ਸੀਟਾਂ ਲੜ ਸਕਦਾ ਤੇ ਕੀ ਗੱਲ ਤੁਸੀਂ ਪੰਜਾਬੀ ਨਹੀਂ ਮਤਲਬ ਜਿੱਤ ਸਕਦੇ? ਤੁਸੀਂ ਬਾਹਰੋਂ ਆ ਕੇ ਵੀ ਚੋਣਾਂ ਲੜੋ ਯਾਰ। ਲੋਕਾਂ ਨੂੰ ਦੱਸੋ ਕਿ ਸਾਡੇ ਏਦਾਂ ਚੱਲਦਾ, ਅਸੀਂ ਤੁਹਾਡੇ ਆਹ ਬਦਲਾਵ ਕਰਾਂਗੇ। ਲੋਕ ਤਰਸ ਰਹੇ ਨੇ ਆਪਣੀ ਤਰੱਕੀ ਲਈ, ਲੋਕ ਤਰਸ ਰਹੇ ਨੇ ਆਪਣੇ ਹੱਕਾਂ ਲਈ। ਪੋਲੀਟੀਸ਼ੀਅਨ ਅੱਜ ਦੀ ਤਰੀਕ 'ਚ ਟੈਰਰਿਜ਼ਮ ਹੈ ਕਿ ਮੈਂ ਘਰ ਦੇ ਵਿੱਚ ਮੇਰਾ ਗੁਜ਼ਾਰਾ ਨਹੀਂ ਨਾ ਚੱਲਦਾ, ਮੈਂ ਕਰਿਆਨੇ ਦੀ ਦੁਕਾਨ ਵੀ ਕਰਨੀ ਹੈ, ਮਤਲਬ ਆਟਾ ਦਾਲ ਵੀ ਵੇਚਣਾ ਹੈ। ਤੇ ਜਿੰਨਾ ਚਿਰ ਮੈਂ ਕਿਸੇ ਕਾਉਂਸਲਰ ਨੂੰ, ਕਿਸੇ ਐਮਐਲਏ ਨੂੰ ਦੁਆ ਸਲਾਮ ਨਹੀਂ ਕਰਦਾ ਤੇ ਮੈਂ ਆਟਾ ਵੀ ਨਹੀਂ ਵੇਚ ਸਕਦਾ। ਇਹ ਟੈਰਰਿਜ਼ਮ ਹੈ, ਇਹ ਥ੍ਰੈਟ ਹੈ। ਮਤਲਬ ਇਹਨਾਂ ਚੀਜ਼ਾਂ ਤੋਂ ਬਾਹਰ ਆਉਣਾ ਪਊਗਾ। ਸਾਡੇ ਹੱਕ ਨੇ ਯਾਰ, ਸਾਨੂੰ ਦਿਓ। ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ ਹੈ। ਤੁਸੀਂ ਵੀ ਆਓ ਇੱਥੇ, ਆਪਣਾ ਯੋਗਦਾਨ ਨਿਭਾਓ। ਇਸ ਤੋਂ ਬਾਅਦ ਪੰਜਾਬ ਖਤਮ ਹੋ ਰਿਹਾ। 3-4 ਪੀੜ੍ਹੀਆਂ ਤੇ ਇਹਦੀਆਂ ਖਤਮ ਹੋ ਗਈਆਂ। ਇਹ ਜਦੋਂ ਮਾਹੌਲ ਖਰਾਬ ਸੀ ਉਦੋਂ ਹੋ ਗਈ, ਉਸ ਤੋਂ ਬਾਅਦ ਨਸ਼ਿਆਂ 'ਚ ਹੋ ਗਈ, ਤੀਜੀ ਪੀੜ੍ਹੀ ਤੁਸੀਂ ਸਾਡੀ ਸਾਰੀ ਬਾਹਰ ਲੈ ਗਏ ਹੋ। ਬੱਚੇ ਇੱਥੇ ਰਹਿਣਾ ਹੀ ਨਹੀਂ ਚਾਹੁੰਦੇ। ਮਤਲਬ ਬੱਚੇ ਕਿੱਦਾਂ ਇੱਥੇ ਟੋਲਰੇਟ ਕਰਨ ਕਿ ਜਦੋਂ ਇੱਕ ਪੜ੍ਹਿਆ ਲਿਖਿਆ ਬੱਚੇ ਨੂੰ ਕੋਈ ਅਨਪੜ੍ਹ ਮੰਤਰੀ ਐਮਐਲਏ ਦਬਕੇ ਮਾਰਦਾ, ਇੱਥੇ ਰਹਿਣਾ ਹੀ ਨਹੀਂ ਚਾਹੁੰਦਾ। ਇਹ ਹਾਲਾਤ ਸੁਧਾਰਨ ਦੀ ਲੋੜ ਹੈ। ਇਹਨਾਂ ਦੇ ਉੱਤੇ ਚਰਚਾ ਤੁਸੀਂ ਵੀ ਜ਼ਰੂਰ ਕਰਿਆ ਕਰੋ। ਉੱਥੋਂ ਵੀ ਤੁਸੀਂ ਜਿਹੜਾ ਮਤਲਬ ਸੋਸ਼ਲ ਮੀਡੀਆ ਚਲਾਉਂਦੇ ਹੋ ਤੁਹਾਡੇ ਉੱਤੇ, ਤੇ ਉੱਥੇ ਬਾਹਰ ਕੋਈ ਐਕਸ਼ਨ ਨਹੀਂ ਹੁੰਦਾ। ਇੱਥੇ ਤਾਂ ਮਤਲਬ ਇੱਕ ਨਵੀਂ ਅਨਅਨਾਊਂਸ ਜਿਹੜੀ ਐਮਰਜੈਂਸੀ ਹੈ ਕਿ ਇਹਨੇ ਆਹ ਬੋਲਤਾ ਤੇ ਇਹਨੂੰ ਅੰਦਰ ਕਰ ਦਿਓ, ਇਹਨੂੰ ਆਹ ਬੋਲਤਾ ਤੇ ਅੰਦਰ ਕਰ ਦਿਓ। ਸਾਡੇ ਪੰਜਾਬ ਦੇ, ਤੁਹਾਡੇ ਪੰਜਾਬ ਦੇ ਸਹਿਯੋਗ ਲਈ, ਇਹਦੀ ਤਰੱਕੀ ਲਈ ਤੁਸੀਂ ਵੀ ਆਪਣਾ ਜਿਹੜਾ ਯੋਗਦਾਨ ਆ ਉਹ ਤਹਿ ਦਿਲੋਂ ਕਿਤੇ ਨਾ ਕਿਤੇ ਆਪਣਾ ਸਮਾਂ ਕੱਢ ਕੇ, ਮੈਂ ਨਹੀਂ ਕਹਿੰਦਾ ਕਿ ਪੈਸੇ ਮਤਲਬ ਕਿਸੇ ਇੱਥੇ ਤੁਸੀਂ ਇਨਵੈਸਟ ਕਰੋ ਜਾਂ ਲਾਓ, ਪਰ ਸਮਾਂ ਕੱਢ ਕੇ ਲੋਕਾਂ ਨੂੰ ਜਾਗਰੂਕ ਕਰੋ ਕਿ ਸਾਡੇ ਆਹ ਹਾਲਾਤ ਨੇ ਯਾਰ, ਤੁਹਾਡੇ ਆਹ ਹਾਲਾਤ ਨੇ, ਆਹ ਸੂਬੇ ਦੀ ਤਰੱਕੀ ਲਈ ਆਹ ਚੀਜ਼ਾਂ ਬਣ ਸਕਦੀਆਂ ਨੇ। ਇਹਨਾਂ ਚੀਜ਼ਾਂ ਨਾਲ ਰੈਵਨਿਊ ਇਕੱਠਾ ਹੋ ਸਕਦਾ। ਇਸ ਤੋਂ ਵੱਡਾ ਕਲੰਕ ਸਾਡੇ ਤੇ ਕੀ ਆ ਸਕਦਾ ਵੀ ਅਸੀਂ ਸ਼ਰਾਬ ਦੇ ਆਸਰੇ ਪਲਦੇ ਹਾਂ? ਸਾਡੇ ਅਫਸਰਾਂ ਨੂੰ ਸ਼ਰਾਬ ਦੇ ਆਸਰੇ ਤਨਖਾਹਾਂ ਮਿਲਦੀਆਂ ਨੇ, ਸਾਨੂੰ ਫੈਸਿਲਿਟੀ ਸ਼ਰਾਬ ਦੇ ਮਤਲਬ ਸਿਰ ਦੇ ਉੱਤੇ ਮਿਲਦੀਆਂ ਨੇ। ਰੈਵਨਿਊ ਦਾ ਬਹਾਨਾ ਬਣਾਇਆ ਜਾਂਦਾ। ਇਹਦੇ ਨਾਲ ਇਹ ਨਹੀਂ ਲੱਗ ਰਿਹਾ ਕਿ ਸਾਡੇ ਤੇ ਲੇਬਲ ਕਿੱਡਾ ਵੱਡਾ ਲੱਗ ਰਿਹਾ ਕਿ ਅਸੀਂ ਨਸ਼ੇੜੀ ਹਾਂ? ਬਿਲਕੁਲ ਠੀਕ। ਮੰਨਾ ਜੀ, ਸਾਡੇ ਕੋਲ ਟਾਈਮ ਦੀ ਥੋੜੀ ਜਿਹੀ ਹੁਣ ਕਮੀ ਹੈਗੀ ਆ, ਮਗਰ ਸਾਡੇ ਕੋਲ ਸਵਾਲ ਬਹੁਤ ਜ਼ਿਆਦਾ ਨੇ, ਬਹੁਤ ਮੁੱਦੇ ਨੇ ਤੁਹਾਡੇ ਨਾਲ ਜਿਹੜੇ ਸ਼ੇਅਰ ਕਰਨ ਵਾਲੇ। ਉਮੀਦ ਹੈ ਕਿ ਅਸੀਂ ਤੁਹਾਨੂੰ ਫੇਰ ਮਿਲਾਂਗੇ। ਇੱਥੋਂ ਦੇ ਲੋਕਾਂ ਨੂੰ ਤੁਹਾਡੀ ਆਵਾਜ਼ ਬੜੀ ਪਿਆਰੀ ਲੱਗੀ ਹੈ। ਉਹ ਚਾਹੁੰਦੇ ਨੇ ਕਿ ਤੁਹਾਡੇ ਵਰਗੇ ਹੀ 70 ਐਮਐਲਏ ਉੱਥੇ ਆਉਣ, ਸਾਫ਼ ਤੇ ਸਿੱਧੀ ਗੱਲ ਕਰਨ ਲੋਕਾਂ ਨਾਲ, ਬੇਬਾਕ ਤੇ ਨਿਡਰ ਵਿੱਚ ਲੋਕਾਂ ਦੇ ਜਾ ਕੇ ਗੱਲ ਕਰਨ, ਘਰੋਂ ਬਹਿ ਕੇ ਗੱਲ ਕਰਨ। ਹਰ ਮਸਲੇ ਦੇ ਵਿੱਚ ਕੰਪੀਟੀਸ਼ਨ ਹੁੰਦਾ ਹੈ, ਹੋਣਾ ਚਾਹੀਦਾ। ਜੇ ਨੌਕਰੀ ਲੈਣ ਲਈ ਇੰਨਾ ਜ਼ਿਆਦਾ ਮਤਲਬ ਕੰਪੀਟੀਸ਼ਨ ਹੁੰਦਾ, ਤੁਹਾਡੇ ਨੰਬਰ ਵੱਧ ਨੇ, ਤੁਹਾਨੂੰ ਮਿਲਣੀ ਹੈ। ਸੇਮ ਪੋਜੀਸ਼ਨ ਪੋਲਿਟਿਕਸ 'ਚ ਹੋਣੀ ਚਾਹੀਦੀ ਆ। ਮੇਰੇ ਨਾਲੋਂ ਵੱਧ ਪੜ੍ਹੇ ਲਿਖੇ, ਮੇਰੇ ਨਾਲੋਂ ਵਧੀਆ ਬੋਲਣ ਵਾਲੇ ਲੋਕ ਵੀ ਹੋਣਗੇ, ਉਹਨਾਂ ਨੂੰ ਮੌਕਾ ਮਿਲਣਾ ਚਾਹੀਦਾ। ਔਰ ਮੈਂ ਫਿਰ ਇੱਕ ਵਾਰੀ ਜਿਹੜੇ ਬਾਹਰ ਰਹਿੰਦੇ ਸਾਡੇ ਵੀਰ ਭਰਾ ਨੇ, ਉਹਨਾਂ ਨੂੰ ਮੈਂ ਕਹੂੰਗਾ, ਤੁਸੀਂ ਇੱਥੇ ਸੰਪੰਨ ਹੋ ਗਏ, ਤੁਹਾਡਾ ਗੁਜ਼ਾਰਾ ਵਧੀਆ ਚੱਲਦਾ ਹੋਊਗਾ, ਤੁਸੀਂ ਆਪਣੀ ਮਤਲਬ ਜ਼ਿੰਦਗੀ ਦੀ ਹਰ ਲਗਜ਼ਰੀ ਢਾਉਂਦੇ ਹੋਗੇ, ਪਰ ਸਾਡੇ ਪੰਜਾਬ ਨੂੰ ਬਚਾਉਣ ਲਈ, ਸਾਡੀ ਪੀੜ੍ਹੀ ਨੂੰ ਬਚਾਉਣ ਲਈ ਇੱਥੇ ਆ ਕੇ ਯੋਗਦਾਨ ਪਾਓ। ਇਹਦਾ ਹਿੱਸਾ ਜ਼ਰੂਰ ਬਣਿਆ ਕਰੋ ਸਿਆਸਤ ਦਾ। ਸਾਨੂੰ ਵੀ ਕੋਈ ਆਸਰਾ ਹੋਊਗਾ। ਸਾਡੇ 'ਚ ਪੜ੍ਹੇ ਲਿਖੇ ਲੋਕ ਤੇ ਵਧੀਆ ਜਿਹੜੀਆਂ ਮਤਲਬ ਸੋਚ ਲੈ ਕੇ ਆਉਣ ਵਾਲੇ, ਮੈਂ ਉਹਨਾਂ ਨੂੰ ਸੱਦਾ ਦਿੰਦਾ ਕਿ ਉਹ ਵੀ ਸਾਡੀ ਰਾਜਨੀਤੀ ਦਾ ਹਿੱਸਾ ਬਣਨ। ਬਿਲਕੁਲ। ਜਿਹੜੇ ਇਸ ਨੂੰ ਦੇਖ ਰਹੇ ਨੇ, ਖਾਸ ਕਰਕੇ ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, ਅਮਰੀਕਾ ਦੇ ਵਿੱਚ ਬੈਠੇ, ਤੇ ਉਹਨਾਂ ਨੂੰ ਇਹ ਮੰਨਾ ਜੀ ਦੀ ਅਪੀਲ ਜ਼ਰੂਰ ਉਹਦੇ ਤੇ ਸੋਚਣਾ ਚਾਹੀਦਾ, ਵਿਚਾਰ ਕਰਨਾ ਚਾਹੀਦਾ, ਕਿਉਂਕਿ ਪੰਜਾਬ ਆਪਣਾ, ਪੰਜਾਬੀ ਆਪਣੇ ਨੇ। ਤੇ ਇਸ ਦੇ ਨਾਲ ਹੀ ਮੰਨਾ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਅੱਜ ਦਾ ਟਾਈਮ ਦੇ ਲਈ।